ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਾਰਨ ਨਾ ਸਕੋ। ਤੂੰ ਠਾਕੁਰ ਊਚ ਭਗਵਾਨਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਕਟੈ ਤਨ ਛਿਜੈ। ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਬਨ ਬਿਦ ਕੀਜੈ। ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਕਟੈ ਤਨ ਛਿਜੈ। ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਬਨ ਬਿਦ ਕੀਜੈ। ਸੋ ਦਿਨ ਆਵਨ ਲਾਗਾ ਮਾਤ ਪਿਤਾ ਭਾਈ ਸੁਤ ਬਨਤਾ। ਕਹੋ ਕਉ ਹੈ ਕਾਕਾ ਰਹਾਉ। ਜਬ ਲਗ ਜੋਤ ਕਾਇਆ ਮਹਿ ਬਰਤੈ ਆਪਾ ਪਸੂ ਨ ਬੁਝੈ। ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੁਝੈ। ਕਹਿਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਕੇ ਭਰਮਾ। ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਏਕ ਕੀ ਸਰਨਾ। ਕਹਿਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਕੇ ਭਰਮਾ। ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਏਕ ਕੀ ਸਰਨਾ। ਪਰਮ ਸਨਮਾਨਯੋਗ ਜ਼ਬਰ ਸ਼ਤਰ ਤਾਕਤ ਦੇ ਮਾਲਕ ਦਸਾਂ ਹੀ ਪਾਤ ਸਾਹੀਆਂ ਦੀ ਆਤਮਿਕ ਜੋਤ ਸ਼ਬਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ੋਭਾਏਮਾਨ ਅਤੀ ਸਤਿਕਾਰਯੋਗ ਸਤ ਸੰਗੀ ਜਨੋ। ਆਓ ਗੁਰਮਤਿ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਪਸ ਵਿੱਚ ਗੁਰ ਫਤਿਹ ਦੀ ਸਾਂਝ ਪਾਈਏ। ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੋ ਗੁਰਮੁਖੋ, ਸਭ ਤੋਂ ਪਹਿਲਾਂ ਆਪ ਸਮੁੱਚੀਆਂ ਸੰਗਤਾਂ ਨੂੰ ਤੀਸਰੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਨ। ਕਿਉਂਕਿ ਗੁਰਮੁਖੋ, ਮੂਲ ਨਾਨਕ ਸਾਹੀ ਕੈਲੰਡਰ ਦੇ ਅਨੁਸਾਰ ਅੱਜ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਹੈ। ਸੋ ਜਿੱਥੇ ਆਪਾਂ ਪਾਵਨ ਸ਼ਬਦ ਦੀ ਵਿਚਾਰ ਕਰਨੀ ਹੈ, ਉੱਥੇ ਨਾਲ ਦੀ ਨਾਲ ਸੰਖੇਪ ਰੂਪ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚੋਂ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੇ ਇਤਿਹਾਸ ਦੀ ਸਾਂਝ ਮੈਂ ਆਪ ਜੀ ਦੇ ਨਾਲ ਪਾਉਣੀ ਹੈ। ਸੋ ਅੱਜ ਦਾ ਜੋ ਪਾਵਨ ਸ਼ਬਦ ਸ਼੍ਰੋਮਣੀ ਭਗਤ ਬਾਬਾ ਕਬੀਰ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ, ਜਿਸ ਪਾਵਨ ਸ਼ਬਦ ਦਾ ਪਾਠ ਆਪ ਜੀ ਨੇ ਗੁਰਮੁਖਾਂ ਪਾਸੋਂ ਮੂਲ ਰੂਪ ਵਿੱਚ ਸਰਵਣ ਕੀਤਾ ਹੈ। ਸੋ ਇਸ ਪਾਵਨ ਸ਼ਬਦ ਦੇ ਰਹਾਉ ਵਾਲੇ ਬੰਦ ਅੰਦਰ ਭਗਤ ਬਾਬਾ ਕਬੀਰ ਜੀ ਮਨੁੱਖੀ ਜੀਵਨ ਦੀ ਹਕੀਕਤ, ਮਨੁੱਖੀ ਜੀਵਨ ਦੀ ਸੱਚਾਈ, ਮੌਤ ਦਾ ਚੇਤਾ ਕਰਵਾਉਂਦੇ ਹੋਏ ਮਨੁੱਖ ਨੂੰ ਸਮਝਾਉਣ ਦਾ ਯਤਨ ਕਰਦੇ ਕਿ ਇਹ ਮਨੁੱਖ ਜਿਹੜੇ ਸੰਸਾਰਿਕ ਰਿਸ਼ਤੇ ਨਾਤਿਆਂ ਨੂੰ ਤੂੰ ਸਦੀਵੀ ਮੰਨ ਕੇ ਵਹਿ ਗਿਆ। ਕਿਉਂਕਿ ਗੁਰਮੁਖੋ, ਕੁਦਰਤੀ ਗੱਲ ਹੈ, ਜਦੋਂ ਮਨੁੱਖ ਸੰਸਾਰ ਦੇ ਮੋਹ ਵਿੱਚ ਪੈ ਜਾਂਦਾ ਹੈ, ਪਰਿਵਾਰ ਦੇ ਸੰਸਾਰਿਕ ਰਿਸ਼ਤਿਆਂ ਦੇ ਮੋਹ ਵਿੱਚ ਪੈ ਜਾਂਦਾ ਹੈ, ਉਸ ਵੇਲੇ ਮਨੁੱਖ ਇਹਨਾਂ ਰਿਸ਼ਤਿਆਂ ਦੇ ਮੋਹ ਵਿੱਚ ਇੰਨਾ ਗਲਤਾਨ ਹੋ ਜਾਂਦਾ ਹੈ ਕਿ ਇਹਨੂੰ ਇਹ ਸਾਰੇ ਰਿਸ਼ਤੇ ਜਿਹੜੇ ਹੈ, ਇਹ ਸਾਰੇ ਸਾਥ ਸਦੀਵੀ ਲੱਗਣ ਲੱਗ ਪੈਂਦੇ ਹੈ। ਵੈਸੇ ਸਤਿਗੁਰੂ ਜੀ ਨੇ ਬਾਣੀ ਵਿੱਚ ਇੱਕ ਬੜੀ ਸੋਹਣੀ ਗੱਲ ਕਹੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਐ ਮਨੁੱਖ, ਭਾਵੇਂ ਤੂੰ ਆਪਣੇ ਜੀਵਨ ਵਿੱਚ ਇਹ ਭਰਮ ਪਾਲ ਕੇ ਬੈਠਾ ਹੋਇਆ ਵੀ ਇਹ ਜਿਹੜੇ ਰਿਸ਼ਤੇ ਨਾਤੇ ਨੇ, ਇਹ ਜਿਹੜੇ ਮੇਰੇ ਸਾਕ ਸੰਬੰਧੀ ਨੇ, ਇਹਨਾਂ ਦਾ ਸਾਥ ਮੇਰੇ ਨਾਲ ਹਮੇਸ਼ਾ ਵਾਸਤੇ ਰਹੇਗਾ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਕੀਕਤ ਕੁਝ ਔਰ ਹੈ। ਜਦੋਂ ਅਸੀਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਸ਼ਬਦ ਪੜ੍ਹਦੇ ਹਾਂ, ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਸਭ ਕਿਸ ਜੀਵਤ ਕੋ ਵਿਵਹਾਰ। ਕਹਿੰਦੇ ਆ ਜਿਹੜਾ ਸੰਸਾਰਿਕ ਰਿਸ਼ਤਿਆਂ ਦਾ ਮੇਲ ਜੋਲ ਹੈ ਨਾ, ਜਿਹੜਾ ਸੰਗ ਸਾਥ ਹੈ, ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਕੇਵਲ ਸਾਡੇ ਜਿਉਂਦਿਆਂ ਜੀ ਹੈ। ਤੇ ਜਿਸ ਵੇਲੇ ਮਨੁੱਖ ਦੇ ਜੀਵਨ ਤੇ ਮੌਤ ਦਾ ਸਮਾਂ ਆਏਗਾ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਰਿਸ਼ਤੇ ਨਾਤਿਆਂ ਵਿੱਚੋਂ ਕਿਸੇ ਨੇ ਤੇਰੇ ਨਾਲ ਨਹੀਂ ਨਿਭਣਾ। ਸਭ ਕਿਸ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਤ ਬੰਧਪ, ਅਰਫੁਨ ਗ੍ਰਹਿ ਕੀ ਨਾਰ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਵੇਂ ਮਾਤਾ ਪਿਤਾ ਦਾ ਰਿਸ਼ਤਾ ਨਾਤਾ ਹੈ, ਭਾਵੇਂ ਪਤੀ ਪਤਨੀ ਦਾ ਰਿਸ਼ਤਾ ਹੈ, ਭਾਵੇਂ ਸਾਡੇ ਬੱਚਿਆਂ ਦੇ ਸੰਬੰਧ ਨੇ, ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸਾਰਾ ਮੇਲ ਜੋਲ ਕੇਵਲ ਸਾਡੇ ਜਿਉਂਦੇ ਜੀਵਨ ਦੇ ਨਾਲ ਹੈ। ਮਰਨ ਤੋਂ ਬਾਅਦ ਕੋਈ ਤੇਰੇ ਨਾਲ ਨਹੀਂ ਨਿਭੇਗਾ। ਤਾਂ ਹੀ ਤੇ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਹੈ, ਤਨ ਤੇ ਪ੍ਰਾਨ ਹੋਤ ਜਬ ਨਿਆਰੇ, ਟੇਰਤ ਪ੍ਰੀਤ ਪੁਕਾਰ। ਕਹਿੰਦੇ ਆ ਹੈ ਸੰਸਾਰ ਦੀ ਸੱਚਾਈ। ਜਦੋਂ ਤੇਰੇ ਤਨ ਦੇ ਵਿੱਚੋਂ ਪ੍ਰਾਨ ਨਿਕਲ ਗਏ, ਭਾਵ ਜਦੋਂ ਤੇਰੇ ਸਵਾਸ ਪੂਰੇ ਹੋ ਗਏ, ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਵੇਲੇ ਇਹਨਾਂ ਰਿਸ਼ਤੇ ਨਾਤਿਆਂ ਨੇ ਤੇਰੇ ਨਾਲੋਂ ਇੰਨੀ ਦੂਰੀ ਬਣਾ ਲੈਣੀ ਹੈ ਕਿ ਇਹਨਾਂ ਲੋਕਾਂ ਨੇ ਵੀ ਤੈਨੂੰ ਪ੍ਰੇਤ ਪ੍ਰੇਤ ਕਹਿ ਕੇ ਪੁਕਾਰਨਾ ਸ਼ੁਰੂ ਕਰ ਦੇਣਾ। ਸੱਚੇ ਪਾਤਸ਼ਾਹ ਜੀ ਇੱਕ ਹੋਰ ਜਗ੍ਹਾ ਤੇ ਕਥਨ ਕਰਦੇ ਹੈ, ਕਹਿੰਦੇ ਘਰ ਕੀ ਨਾਰ ਉਰੈ ਤਨ ਲਾਗੀ, ਉਹ ਤੋਂ ਭੂਤ ਭੂਤ ਕਰ ਭਾਗੀ, ਕਹਿਤ ਕਬੀਰ ਸਭੈ ਜਗ ਲੂਟਿਆ, ਹਮ ਤੋਂ ਏਕ ਰਾਮ ਕੈ ਛੂਟਿਆ। ਭਗਤ ਜੀ ਕਹਿੰਦੇ ਮਨੁੱਖ ਦੇ ਨੇੜੇ ਸਭ ਤੋਂ ਰਿਸ਼ਤਾ ਮੰਨਿਆ ਜਾਂਦਾ ਹੈ ਨੇੜੇ ਦਾ ਜੀਵਨ ਸਾਥੀ ਦਾ, ਭਾਵੇਂ ਉਹ ਪਤਨੀ ਹੋਵੇ ਭਾਵੇਂ ਪਤੀ ਹੋਵੇ। ਪਰ ਭਗਤ ਜੀ ਕਹਿੰਦੇ ਜਦੋਂ ਸਰੀਰ ਤੇ ਮੌਤ ਦਾ ਸਮਾਂ ਆਉਂਦਾ ਨਾ, ਉਸ ਵੇਲੇ ਇਹ ਨੇੜੇ ਦਾ ਰਿਸ਼ਤਾ ਵੀ ਮਨੁੱਖ ਦੇ ਨਾਲੋਂ ਦੂਰ ਹੋ ਜਾਂਦਾ ਹੈ। ਤਾਂ ਹੀ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਹੈ, ਐ ਮਨੁੱਖ ਇਹਨਾਂ ਰਿਸ਼ਤੇ ਨਾਤਿਆਂ ਨੂੰ ਕਦੇ ਵੀ ਸਦੀਵੀ ਮੰਨ ਕੇ ਉਸ ਸਿਰਜਣਹਾਰ ਪਰਮਾਤਮਾ ਨੂੰ ਨਾ ਭੁਲਾ ਦੇਵੀਂ, ਜਿਹੜਾ ਸਿਰਜਣਹਾਰ ਪਰਮਾਤਮਾ ਤੇਰਾ ਸੱਚਾ ਸਾਥੀ ਹੈ। ਇਹ ਬੇਨਤੀ ਮੈਂ ਤਾਂ ਕਰ ਰਿਹਾ
ਕਿਉਂਕਿ ਭਗਤ ਜੀ ਰਹਾਉ ਵਾਲੇ ਬੰਦ ਵਿੱਚ ਬਖਸ਼ਿਸ਼ ਕਰਦੇ ਐ, ਕਹਿੰਦੇ ਐ 100 ਦਿਨ ਆਵਨ ਲਾਗਾ। ਕਿਹੜਾ ਦਿਨ? ਮੈਂ ਬੇਨਤੀ ਕਰਾਂ ਗੁਰਮੁਖੋ, ਮੈਂ ਪਿਛਲੇ ਦਿਨਾਂ ਵਿੱਚ ਵੀ ਇਹ ਨੁਕਤਾ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਜਿੱਥੇ ਸਾਨੂੰ ਮਨੁੱਖਾ ਜੀਵਨ ਦੀ ਸ੍ਰੇਸ਼ਟਤਾ ਦੱਸੀ ਹੈ ਕਿ ਮਨੁੱਖਾ ਜੀਵਨ ਕਿੰਨਾ ਕੀਮਤੀ ਹੈ, ਮਨੁੱਖਾ ਜੀਵਨ ਬਾਕੀਆਂ ਜੂਨਾਂ ਤੋਂ ਸ਼੍ਰੋਮਣੀ ਕਿਵੇਂ ਹੈ, ਉੱਥੇ ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਸਾਨੂੰ ਮਨੁੱਖਾ ਜੀਵਨ ਦਾ ਮਕਸਦ ਚੇਤੇ ਕਰਵਾਇਆ। ਅਤੇ ਜਿੱਥੇ ਸਤਿਗੁਰੂ ਜੀ ਨੇ ਸਾਨੂੰ ਮਨੁੱਖਾ ਜੀਵਨ ਦਾ ਮਕਸਦ ਦੱਸਿਆ, ਉੱਥੇ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਮਨੁੱਖਾ ਜੀਵਨ ਦੀ ਹਕੀਕਤ ਸਾਨੂੰ ਮੌਤ ਦਾ ਚੇਤਾ ਵੀ ਕਰਵਾਇਆ। ਕਿਉਂਕਿ ਗੁਰਮੁਖੋ ਅਸੀਂ ਬਾਣੀ ਵਿੱਚ ਇਹ ਪਾਵਨ ਸ਼ਬਦ ਪੜ੍ਹਦੇ ਹਾਂ, ਜਾਨੋ ਸਤ ਹੋਵੰਤੋ ਮਰਨੋ ਦ੍ਰਿਸ਼ਟੇਨ ਮਿਥਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਵੇਂ ਮੋਹ ਮਾਇਆ ਮਮਤਾ ਵਿੱਚ ਪਿਆ ਹੋਇਆ ਮਨੁੱਖ, ਗਾਫਲਤਾਈ ਦੀ ਨੀਂਦ ਵਿੱਚ ਸੁੱਤਾ ਹੋਇਆ ਮਨੁੱਖ ਇਸ ਜੀਵਨ ਦੀ ਹਕੀਕਤ ਨੂੰ ਭੁਲਾ ਕੇ ਬਹਿ ਜਾਂਦਾ। ਭਾਵ ਮੌਤ ਨੂੰ ਅਸੀਂ ਸਾਰੇ ਵਿਸਾਰ ਕੇ ਬੈਠੇ ਹੋਏ ਹਾਂ। ਸਤਿਗੁਰੂ ਜੀ ਬਾਣੀ ਵਿੱਚ ਜ਼ਿਕਰ ਕਰਦੇ ਹੈ, ਖਾਣਾ ਪੀਣਾ ਹੱਸਣਾ ਸੌਣਾ, ਭਾਵ ਇਹਨਾਂ ਸਾਰੀਆਂ ਗੱਲਾਂ ਦਾ ਚੇਤਾ ਜੀਵ ਨੂੰ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਗੱਲ ਨੂੰ ਚੇਤੇ ਰੱਖਣਾ ਸੀ, ਭਾਵ ਜਿਹੜੀ ਮਨੁੱਖਾ ਜੀਵਨ ਦੀ ਸੱਚਾਈ ਸੀ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਬਿਸਰ ਗਿਆ ਹੈ ਮਰਨਾ। ਬੰਦੇ ਨੇ ਮਰਨੇ ਨੂੰ ਭੁਲਾ ਦਿੱਤਾ। ਅੱਜ ਵੀ ਆਪਾਂ ਵੇਖਦੇ ਹਾਂ ਨਾ, ਭਾਵੇਂ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਕਿਸੇ ਸਾਕ ਸੰਬੰਧੀ ਨੂੰ ਚਿਖਾ ਵਿੱਚ ਰੱਖ ਕੇ ਸਾੜ ਦਿੰਦੇ ਹਾਂ, ਪਰ ਮਨੁੱਖ ਦਾ ਮਨ ਫਿਰ ਵੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੁੰਦਾ ਵੀ ਇੱਕ ਦਿਨ ਮੌਤ ਦਾ ਸਮਾਂ ਤੇਰੇ 'ਤੇ ਆਏਗਾ। ਮੈਂ ਪਿੱਛੇ ਜੇ ਤੁਹਾਡੇ ਨਾਲ ਭਗਤ ਬਾਬਾ ਕਬੀਰ ਜੀ ਦੇ ਜੀਵਨ ਵਿੱਚੋਂ ਇੱਕ ਘਟਨਾ ਦਾ ਜ਼ਿਕਰ ਕੀਤਾ ਸੀ ਵੀ ਆਪਣੇ ਮਨ ਨੂੰ ਸਮਝਾਈਏ ਕਿ ਇਹ ਮਨਾ ਜਿਹੜਾ ਅੱਜ ਇਹਨਾਂ ਸਰੀਰਾਂ ਦੇ ਨਾਲ ਹੋਇਆ, ਤੇ ਇੱਕ ਦਿਨ ਮੌਤ ਦਾ ਸਮਾਂ ਤੇਰੇ ਤਨ 'ਤੇ ਵੀ ਆਏਗਾ। ਮੈਂ ਭਗਤ ਜੀ ਦੇ ਜੀਵਨ ਵਿੱਚ ਇੱਕ ਉਦਾਹਰਣ ਸਾਂਝੀ ਕੀਤੀ ਸੀ ਕਿ ਭਗਤ ਬਾਬਾ ਕਬੀਰ ਜੀ ਜਿਹੜੇ ਹੈ ਉਹ ਕਈ ਵਾਰੀ ਆਪਣੇ ਘਰ ਤੋਂ ਬਾਹਰ ਜਾ ਕੇ ਸ਼ਮਸ਼ਾਨ ਭੂਮੀ ਵਿੱਚ ਬਹਿ ਜਾਂਦੇ ਹੈ, ਅਤੇ ਸ਼ਮਸ਼ਾਨ ਭੂਮੀ ਵਿੱਚ ਬੈਠ ਕੇ ਸਤਨਾਮ ਸਤਨਾਮ ਦਾ ਸਿਮਰਨ ਕਰਦੇ। ਵੈਸੇ ਇੱਕ ਮੈਂ ਬੇਨਤੀ ਕਰਾਂ, ਭਾਵੇਂ ਅੱਜ ਅਸੀਂ ਸ਼ਮਸ਼ਾਨ ਭੂਮੀ ਵਿੱਚ ਜਾਣ ਤੋਂ ਡਰਦੇ ਹਾਂ, ਪਰ ਭਗਤ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਗੋਰ ਨਿਮਾਣੀ ਛੱਡ ਕਰੇ ਨੇ ਘਰਿਆਂ ਕਰ ਆਓ, ਸਰ ਪਰ ਮੈਥੇ ਆਵਨਾ ਮਰਨੋਂ ਨਾ ਡਰਿਆਓ। ਭਗਤ ਜੀ ਕਹਿੰਦੇ ਕਬਰਾਂ ਨੇ ਆਵਾਜ਼ਾਂ ਮਾਰ ਕੇ ਮੈਨੂੰ ਇੱਕ ਗੱਲ ਕਹੀ, ਐ ਫਰੀਦ ਇੱਕ ਸਾਡੀ ਗੱਲ ਦੁਨੀਆ ਦੇ ਲੋਕਾਂ ਨੂੰ ਸਮਝਾ ਜਾਈ, ਜਿਹੜੇ ਦੁਨੀਆ ਦੇ ਲੋਕ ਅੱਜ ਸਾਡੇ ਨਾਲ ਦੂਰੀ ਬਣਾ ਕੇ ਲੰਘਦੇ ਹੈ, ਤੇ ਇਹਨਾਂ ਨੂੰ ਇੱਕ ਗੱਲ ਦੱਸ ਦੇਈ, ਜਦੋਂ ਤੁਹਾਡੇ ਤਨ 'ਤੇ ਮੌਤ ਦਾ ਸਮਾਂ ਆਏਗਾ, ਭਗਤ ਜੀ ਕਹਿੰਦੇ 100 ਦਿਨ ਆਵਨ ਲਾਗਾ, ਜਦੋਂ ਤੁਹਾਡੇ ਤਨ 'ਤੇ ਇਹ ਮੌਤ ਵਾਲਾ ਦਿਨ ਮੌਤ ਵਾਲਾ ਸਮਾਂ ਆਏਗਾ, ਉਸ ਵੇਲੇ ਤੁਹਾਡੇ ਸਾਰੇ ਰਿਸ਼ਤੇ ਨਾਤਿਆਂ ਨੇ ਤੁਹਾਨੂੰ ਪਰਾਇਆ ਕਰ ਦੇਣਾ। ਉਸ ਵੇਲੇ ਤੁਹਾਡੇ ਤਨ ਦਾ ਪਰਦਾ ਅਸੀਂ ਹੀ ਕੱਜਣਾ ਹੈ। ਫਰੀਦਾ ਗੋਰ ਨੇ ਮਾਣੀ ਛੱਡ ਕਰੇ ਨੇ ਘਰਿਆਂ ਕਰ ਆਓ, ਸਰ ਪਰ ਮੈਥੇ ਆਵਨਾ ਮਰਨੋਂ ਨਾ ਡਰਿਆਓ। ਇਹ ਮਨੁੱਖਾ ਜੀਵਨ ਦੀ ਸੱਚਾਈ ਹੈ। ਭਾਵੇਂ ਅਸੀਂ ਜਿਉਂਦੇ ਜੀ ਮੜੀਆਂ ਕਬਰਾਂ ਮਸਾਨਾਂ ਤੋਂ ਦੂਰੀ ਬਣਾ ਕੇ ਰੱਖਦੇ ਹਾਂ, ਪਰ ਇੱਕ ਦਿਨ ਇੱਦਾਂ ਦਾ ਸਮਾਂ ਆ ਜਾਂਦਾ ਬੰਦੇ ਨੂੰ ਉੱਥੇ ਜਾਣਾ ਹੀ ਪੈਂਦਾ। ਬੰਦੇ ਨੂੰ ਹਰੇਕ ਨੂੰ ਇੱਕ ਦਿਨ ਉੱਥੇ ਜਾਣਾ ਪਏਗਾ। ਖੈਰ ਮੈਂ ਜਿਹੜੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਦੱਸਾਂ, ਤੇ ਭਗਤ ਬਾਬਾ ਕਬੀਰ ਜੀ ਆਪਣੇ ਘਰ ਤੋਂ ਬਾਹਰ ਜਾ ਕੇ ਸ਼ਮਸ਼ਾਨ ਭੂਮੀ ਵਿੱਚ ਬਹਿ ਜਾਂਦੇ ਹੈ, ਤੇ ਸ਼ਮਸ਼ਾਨ ਭੂਮੀ ਵਿੱਚ ਬੈਠ ਕੇ ਸਤਨਾਮ ਸਤਨਾਮ ਦਾ ਸਿਮਰਨ ਕਰਦੇ ਹੈ। ਕਿਉਂਕਿ ਗੁਰਮੁਖੋ ਅੱਜ ਵੀ ਜਿਹੜੇ ਭਗਤ ਕਬੀਰ ਜੀ ਦੇ ਅਨੁਯਾਈ ਹੈ ਨਾ, ਕਈ ਇਲਾਕਿਆਂ ਵਿੱਚ ਉਹਨਾਂ ਨੂੰ ਸਤਨਾਮੀ ਕਿਹਾ ਜਾਂਦਾ, ਉਹਨਾਂ ਦਾ ਮੰਤਰ ਸੀ ਸਤਨਾਮ। ਤੇ ਇੱਕ ਦਿਨ ਭਗਤ ਬਾਬਾ ਕਬੀਰ ਜੀ ਨੂੰ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਪੁੱਛਦੇ ਹੈ, ਕਹਿੰਦੇ ਕਬੀਰ ਤੂੰ ਘਰ ਤੋਂ ਬਾਹਰ ਕਿਹੜੀ ਜਗ੍ਹਾ 'ਤੇ ਚਲਿਆ ਜਾਂਦਾ? ਭਗਤ ਜੀ ਕਹਿੰਦੇ ਮਾਂ ਮੈਂ ਸ਼ਮਸ਼ਾਨ ਭੂਮੀ ਵਿੱਚ ਜਾਣਾ। ਤੇ ਮਾਂ ਕਹਿੰਦੀ ਉੱਥੇ ਮਿਲਦਾ ਕੀ ਹੈ? ਇਹ ਤਾਂ ਕੁਦਰਤੀ ਗੱਲ ਹੈ ਨਾ, ਅਸੀਂ ਆਪਣੇ ਬੱਚਿਆਂ ਨੂੰ ਵੀ ਰੋਕਦੇ ਹਾਂ, ਪੁੱਤਰ ਉਸ ਬੰਨੇ ਨਾ ਜਾਇਓ। ਪਰ ਮੈਂ ਪਿਛਲੇ ਦਿਨਾਂ ਵਿੱਚ ਬੇਨਤੀ ਕੀਤੀ ਸੀ ਗੁਰਮੁਖੋ, ਬੰਦਾ ਸ਼ਮਸ਼ਾਨ ਭੂਮੀ ਤੋਂ ਨਹੀਂ ਡਰਦਾ, ਅਸਲ ਵਿੱਚ ਸ਼ਮਸ਼ਾਨ ਭੂਮੀ ਨੂੰ ਕਬਰਾਂ ਨੂੰ ਵੇਖ ਕੇ ਮਨੁੱਖ ਨੂੰ ਮੌਤ ਚੇਤੇ ਆ ਜਾਂਦੀ ਹੈ, ਪਰ ਬੰਦਾ ਡਰਦਾ ਮੌਤ ਤੋਂ ਹੈ। ਸ਼ਮਸ਼ਾਨ ਭੂਮੀ ਤੋਂ ਮਨੁੱਖ ਨਹੀਂ ਡਰਦਾ,
ਉੱਥੇ ਜਾ ਕੇ ਮਨੁੱਖ ਨੂੰ ਮੌਤ ਚੇਤੇ ਆਉਂਦੀ ਹੈ ਤੇ ਮਰਨਾ ਬੰਦਾ ਕੋਈ ਨਹੀਂ ਚਾਹੁੰਦਾ। ਸਤਿਗੁਰੂ ਜੀ ਬਾਣੀ ਵਿੱਚ ਜ਼ਿਕਰ ਕਰਦੇ ਹੈ, ਕਹਿੰਦੇ ਹਰ ਬੰਦਾ ਚਾਹੁੰਦਾ ਵੀ ਮੈਂ ਵੱਧ ਤੋਂ ਵੱਧ ਸਮਾਂ ਜ਼ਿੰਦਗੀ ਵਿੱਚ ਸੰਸਾਰ 'ਤੇ ਬਤੀਤ ਕਰਾਂ। ਜੀਵਿਆਂ ਲੋੜ ਹੈ ਸਭ ਕੋਈ ਬੰਦਾ ਨਹੀਂ ਚਾਹੁੰਦਾ ਮੈਂ ਸੰਸਾਰ ਤੋਂ ਜਲਦੀ ਨਾਲ ਜਾਵਾਂ। ਖੈਰ ਮੈਂ ਜਿਹੜੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਜੋ ਸਾਨੂੰ ਇਸ ਸ਼ਬਦ ਦੀ ਵਿਚਾਰ ਸੌਖਿਆਂ ਸਮਝ ਪੈ ਜਾਏ ਕਿ ਇੱਕ ਦਿਨ ਇਹ ਮੌਤ ਦਾ ਸਮਾਂ ਜਿਹੜਾ ਹੈ, ਮੌਤ ਦੀ ਵਾਰੀ ਹਰ ਇੱਕ ਤਨ ਤੇ ਆਏਗੀ। ਤਾਂ ਹੀ ਸਤਿਗੁਰੂ ਜੀ ਨੇ ਬਾਣੀ ਵਿੱਚ ਜ਼ਿਕਰ ਕੀਤਾ, ਕਹਿੰਦੇ ਹੈ ਨਹਿ ਬਾਰਕ ਨਹਿ ਜੋਬਨੈ ਨਹਿ ਬਿਰਦੀ ਕਛ ਬੰਧ। ਨਹਿ ਬਾਰਕ ਨਹਿ ਜੋਬਨੇ ਦਾ ਭਾਵ ਹੈ ਭਾਵੇਂ ਬਚਪਨ ਹੋਵੇ, ਭਾਵੇਂ ਜਵਾਨੀ ਹੋਵੇ, ਭਾਵੇਂ ਬੁਢੇਪਾ ਹੋਵੇ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਮੌਤ ਨੂੰ ਕਿਸੇ ਵੀ ਉਮਰ ਵਿੱਚ ਆਉਣ 'ਤੇ ਰੁਕਾਵਟ ਨਹੀਂ। ਬੰਦ ਦਾ ਅਰਥ ਹੁੰਦਾ ਰੁਕਾਵਟ। ਆਪਾਂ ਵੇਖਦੇ ਹਾਂ ਨਾ ਵੀ ਬੱਚੇ ਵੀ ਜਾ ਰਹੇ ਹੈ ਤੇ ਜਵਾਨੀ ਵਿੱਚ ਵੀ ਜਾ ਰਹੇ ਹੈ ਤੇ ਬੁਢੇਪੇ ਤੋਂ ਬਾਅਦ ਤੇ ਉਮਰ ਨੇ ਆਉਣੀ ਆਉਣਾ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਦੋਂ ਮਨੁੱਖੀ ਜੀਵਨ ਦੀ ਗੱਲ ਕੀਤੀ ਤਾਂ ਸੱਚੇ ਪਾਤਸ਼ਾਹ ਜੀ ਨੇ ਮਨੁੱਖੀ ਜੀਵਨ ਨੂੰ 3 ਹਿੱਸਿਆਂ ਵਿੱਚ ਵੰਡਿਆ। ਕਹਿੰਦੇ ਬਾਲ ਜਵਾਨੀ ਅਰ ਵਿਰਧ ਫੁਨ 3 ਅਵਸਥਾ ਜਾਨ। ਪਰ ਮੈਂ ਬੜੀ ਵਾਰੀ ਇਹ ਬੇਨਤੀ ਤੁਹਾਡੇ ਨਾਲ ਸਾਂਝੀ ਕੀਤੀ ਹੈ, ਬਚਪਨ ਜਵਾਨੀ ਵਿੱਚ ਬਦਲਦਾ ਹੈ, ਜਵਾਨੀ ਬੁਢੇਪੇ ਵਿੱਚ ਬਦਲਦੀ ਹੈ ਤੇ ਬੁਢੇਪਾ ਗੁਰਮੁਖੋਂ ਮੌਤ ਵਿੱਚ ਤਬਦੀਲ ਹੁੰਦਾ। ਪਰ ਇਹ ਗੱਲ ਵੱਖਰੀ ਹੈ ਕਿ ਕਈ ਵਾਰ ਮਨੁੱਖ ਬਚਪਨ ਤੋਂ ਬਾਅਦ ਜਵਾਨੀ ਵਿੱਚ ਨਹੀਂ ਜਾ ਪਾਉਂਦਾ ਤੇ ਇਦੋਂ ਪਹਿਲਾਂ ਮੌਤ ਦੀ ਵਾਰੀ ਆ ਜਾਂਦੀ ਹੈ। ਕਈ ਵਾਰ ਜਵਾਨੀ ਤੋਂ ਬਾਅਦ ਬੁਢੇਪੇ ਦਾ ਸਮਾਂ ਮਨੁੱਖ ਨੂੰ ਭੋਗਣ ਨਹੀਂ ਮਿਲਦਾ, ਇਦੋਂ ਪਹਿਲਾਂ ਮਨੁੱਖ ਤੇ ਮੌਤ ਦਾ ਦਿਨ ਆ ਜਾਂਦਾ। ਜਿਸ ਗੱਲ ਦਾ ਜ਼ਿਕਰ ਭਗਤ ਜੀ ਕਰਦੇ, 100 ਦਿਨ ਆਵਨ ਲੱਗ। ਨਹਿ ਬਾਰਕ ਨਹਿ ਜੋਬਨੈ ਨਹਿ ਬਿਰਦੀ ਕਛ ਬੰਧ। ਅੱਗੇ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਬੇਰਾ ਨਹਿ ਬੂਝੀਏ। ਉਹ ਬੇਰੇ ਦਾ ਭਾਵ ਹੈ ਉਸ ਸਮੇਂ ਦਾ ਸਾਨੂੰ ਨਹੀਂ ਪਤਾ, ਜਿਉਂ ਆਏ ਪਰ ਜਮ ਫੰਦ। ਜਿਹੜੇ ਸਮੇਂ ਵਿੱਚ ਸਾਡੇ ਗਲ ਵਿੱਚ ਆ ਕੇ ਮੌਤ ਦੀ ਜਮਾਂ ਦੀ ਫਾਹੀ ਪੈ ਜਾਣੀ। ਫਿਰ ਅੱਗੇ ਸੱਚੇ ਪਾਤਸ਼ਾਹ ਜੀ ਹੋਰ ਖੋਲ੍ਹਦੇ ਆ, ਕਹਿੰਦੇ ਗਿਆਨੀ ਧਿਆਨੀ ਚਤਰ ਪੇਖ ਰਹਿਣ ਨਾਈ ਇਹ ਠਾਏ। ਕਹਿੰਦੇ ਭਾਵੇਂ ਕੋਈ ਬਹੁਤ ਵੱਡਾ ਵਿਚਾਰਵਾਨ ਮਨੁੱਖ ਹੋਵੇ, ਭਾਵੇਂ ਕੋਈ ਧਿਆਨ ਲਾਉਣ ਵਾਲਾ ਧਿਆਨੀ ਹੋਵੇ, ਕਿਉਂਕਿ ਜੋਗੀ ਲੋਕ ਵੀ ਧਿਆਨ ਲਾਉਂਦੇ ਸਨ, ਜੋਗੀ ਲੋਕ ਵੀ ਉਮਰਾਂ ਵਧਾਉਣ ਦਾ ਯਤਨ ਕਰਦੇ ਸਨ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਗਿਆਨੀ ਧਿਆਨੀ ਚਤਰ ਪੇਖ ਰਹਿਣ ਨਾਹੀ ਇਹ ਠਾਏ। ਭਾਈ ਕੋਈ ਵੀ ਮਨੁੱਖ ਸੰਸਾਰ ਤੇ ਸਦੀਵ ਵਾਸਤੇ ਸਥਿਰ ਰਹਿ ਨਹੀਂ ਸਕਿਆ। ਅੱਗੇ ਸੱਚੇ ਪਾਤਸ਼ਾਹ ਜੀ ਕਹਿੰਦੇ ਸਾੜ ਸਾੜ ਸਗਲੀ ਗਈ ਮੂੜ ਤਾਹਾਂ ਲਬਟਾਏ। ਕਹਿੰਦੇ ਜਿਹੜੇ ਸੰਸਾਰ ਨੂੰ ਛੱਡ ਕੇ ਸਾਰੀ ਲੁਕਾਈ ਜਾ ਰਹੀ ਹੈ ਨਾ, ਤੇ ਮਨਮੁਖ ਬੰਦਾ ਅਜੇ ਵੀ ਉਸ ਸੰਸਾਰ ਦੇ ਮੋਹ ਵਿੱਚ ਚਿੰਬੜਿਆ ਹੋਇਆ। ਇਸੇ ਨੂੰ ਭਗਤ ਬਾਬਾ ਰਵਿਦਾਸ ਜੀ ਕਹਿੰਦੇ ਜੋ ਦਿਨ ਆਵੇਂ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ। ਭਗਤ ਜੀ ਕਹਿੰਦੇ ਮਨੁੱਖ ਦੇ ਜੀਵਨ ਵਿੱਚ ਜਿਹੜੇ ਦਿਨ ਆ ਰਹੇ ਨੇ, ਭਾਵ ਜਿਹੜਾ ਸਮਾਂ ਆ ਰਿਹਾ ਤੇ ਨਾਲ ਦੀ ਨਾਲ ਉਹ ਲੰਘ ਵੀ ਰਿਹਾ। ਤਾਂ ਹੀ ਤੇ ਆਪਾਂ ਪਾਵਨ ਸ਼ਬਦ ਪੜ੍ਹਦੇ ਹਾਂ ਜਿੱਥੇ ਭਗਤ ਜੀ ਕਹਿੰਦੇ ਹੈ ਜਨਨੀ ਜਾਨਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੈ। ਜੇ ਦਿਨ ਦਿਨ ਅਵਧ ਘਟਦਾ ਹੈ, ਕਹਿੰਦੇ ਘਰ ਵਿੱਚ ਬੱਚੇ ਦਾ ਜਨਮ ਹੁੰਦਾ ਹੈ ਤੇ ਜਦੋਂ ਬੱਚੇ ਦੀ ਉਮਰ ਵੱਧਦੀ ਹੈ, ਅਸੀਂ ਬੱਚਿਆਂ ਦੇ ਜਨਮ ਦਿਨ ਮਨਾਉਣੇ ਆ ਤੇ ਮਾਂ-ਬਾਪ ਬੜੇ ਖੁਸ਼ ਹੁੰਦੇ ਆ ਵੀ ਅੱਜ ਮੇਰੇ ਬੱਚੇ ਦੀ ਉਮਰ ਇੰਨੇ ਸਾਲਾਂ ਦੀ ਹੋ ਗਈ, ਅੱਜ ਇੰਨੇ ਮਾਂ ਜਨਮ ਦਿਨ ਅਸੀਂ ਮਨਾ ਰਹੇ ਹਾਂ। ਪਰ ਭਗਤ ਜੀ ਕਹਿੰਦੇ ਜਮਕਾਲ ਜਿਹੜਾ ਵੇਖ ਕੇ ਹੱਸਦਾ ਪਿਆ। ਜਨਨੀ ਜਾਨਤ, ਜਨਨੀ ਕਹਿੰਦੇ ਮਾਂ ਨੂੰ, ਸੁਤ ਵੱਡਾ ਹੋਤਾ ਹੈ, ਸੁਤ ਦਾ ਅਰਥ ਹੁੰਦਾ ਪੁੱਤਰ, ਇਤਨਾ ਕੋ ਨਾ ਜਾਣੈ। ਪਰ ਮਾਂ ਇਸ ਗੱਲ ਨੂੰ ਨਹੀਂ ਜਾਣਦੀ, ਕਿਹੜੀ ਗੱਲ? ਜੇ ਦਿਨ ਦਿਨ ਅਬਦ ਘਟਦਾ ਹੈ ਕਿ ਹਰ ਰੋਜ਼ ਇਹਦੀ ਉਮਰ ਘਟ ਰਹੀ। ਮੈਂ ਬੜੀ ਵਾਰੀ ਬੇਨਤੀ ਕਰਦਾ ਹੁੰਦਾ ਗੁਰਮੁਖੋ, ਤੁਸੀਂ ਆਪਣੇ ਜੀਵਨ ਵੱਲ ਝਾਤ ਮਾਰ ਕੇ ਵੇਖੋ ਕਿ ਜਿੰਨੇ ਸਾਲ ਮੈਂ ਜ਼ਿੰਦਗੀ ਦੇ ਜਿਉਂ ਲਏ ਇੰਨਾ ਹੀ ਮੈਂ ਮੌਤ ਦੇ ਨੇੜੇ ਆ ਗਿਆ, ਇੰਨਾ ਮੈਂ ਮੌਤ ਦੇ ਨੇੜੇ ਆ ਗਿਆ। ਪਰ ਮੇਰੇ ਮਸਕੀਨ ਜੀ ਦੀ ਇੱਕ ਗੱਲ ਚੇਤੇ ਆ ਗਈ, ਕਹਿੰਦੇ ਕੋਈ ਬੱਚਾ ਜਨਮ ਦਿਨ ਮਨਾਵੇ ਮੰਨਿਆ ਜਾ ਸਕਦਾ ਹੈ, ਕੋਈ ਨੌਜਵਾਨ ਜਨਮ ਦਿਨ ਮਨਾਵੇ ਮੰਨਿਆ ਜਾ ਸਕਦਾ ਹੈ, ਪਰ ਇੱਥੇ ਤੇ 90 ਸਾਲ ਦਾ ਬਜ਼ੁਰਗ ਵੀ ਜਨਮ ਦਿਨ ਮਨਾ ਰਿਹਾ, ਭਾਵ ਅਜੇ ਵੀ ਉਹ ਜਿਉਣਾ ਚਾਹੁੰਦਾ, ਉਹਨੂੰ ਮੌਤ ਚੇਤੇ ਨਹੀਂ, ਅਜੇ ਵੀ ਉਹ ਮੌਤ ਨੂੰ ਭੁਲਾ ਕੇ ਬੈਠਾ। ਪਰ ਸੱਚੇ ਪਾਤਸ਼ਾਹ ਜੀ ਭਗਤ ਜੀ ਕਹਿੰਦੇ ਜੋ ਦਿਨ ਆਵੇਂ ਸੋ ਦਿਨ ਜਾਹੀ ਕਰਨਾ ਕੂਚ। ਭਾਈ ਇੱਕ ਦਿਨ ਇਸ ਸੰਸਾਰ ਤੋਂ ਸਾਰਿਆਂ ਨੂੰ ਕੂਚ ਕਰਨਾ ਪਏਗਾ, ਰਹਿਣ ਥਿਰ ਨਾਹੀ। ਅੱਗੇ ਭਗਤ ਜੀ ਕਹਿੰਦੇ ਸੰਗ ਚਲਤ ਹੈ ਹਮ ਵੀ ਚੱਲਣਾ। ਸੰਗ ਚੱਲਦਾ ਭਾਵ ਹੈ ਜੇ ਸਾਡੇ ਸੰਗੀ ਸਾਥੀ ਜਾ ਰਹੇ ਹੈ,
ਜੇ ਸਾਡੇ ਪਰਿਵਾਰ ਦੇ ਮੈਂਬਰ ਸਾਡੇ ਤੋਂ ਵਿਛੜ ਰਹੇ ਹੈ ਤੇ ਇੱਕ ਦਿਨ ਜਾਣਾ ਸਾਨੂੰ ਵੀ ਪਏਗਾ, ਕਿਉਂ ਵੀ ਕੋਈ ਵੀ ਐਸਾ ਮਨੁੱਖ ਸੰਸਾਰ ਤੇ ਨਹੀਂ ਪੈਦਾ ਹੋਇਆ ਜਿਹੜਾ ਸੰਸਾਰ ਤੇ ਹਮੇਸ਼ਾ ਵਾਸਤੇ ਜੀਵਤ ਰਿਹਾ ਹੋਵੇ। ਤਾਂ ਹੀ ਤੇ ਸਤਿਗੁਰੂ ਜੀ ਨੇ ਉਦਾਹਰਨਾਂ ਵਰਤੀ, ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਿਛ ਨਹੀਂ ਸੁਫਨੇ ਜਉ ਸੰਸਾਰ। ਪਰ ਇੱਕ ਗੱਲ ਕਹਿ ਦਿੱਤੀ, ਚਿੰਤਾ ਨਾ ਕਰੀ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਤੇ ਪਰਮਾਤਮਾ ਦਾ ਬਣਾਇਆ ਹੋਇਆ ਨਿਯਮ ਸਾਰਿਆਂ ਤੇ ਲਾਗੂ ਹੁੰਦਾ। ਅਸੀਂ ਪਾਵਨ ਸ਼ਬਦ ਪੜ੍ਹਦੇ ਹਾਂ, ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ। ਪਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬਾਰੀ ਆਪੋ ਆਪਣੀ ਕੋਈ ਨਾ ਬੰਦੈ ਧੀਰ। ਆਖਿਆ ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਅਮੀਰ ਹੈ, ਭਾਵੇਂ ਰਾਜਾ ਹੈ, ਭਾਵੇਂ ਪ੍ਰਜਾ ਹੈ, ਪਰ ਪਰਮਾਤਮਾ ਦਾ ਬਣਾਇਆ ਹੋਇਆ ਮੌਤ ਰੂਪੀ ਨਿਯਮ ਸਾਰਿਆਂ ਤੇ ਬਰਾਬਰ ਲਾਗੂ ਹੋਏਗਾ। ਜਦੋਂ ਮੌਤ ਦੀ ਵਾਰੀ ਆਏਗੀ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਕੋਈ ਵੀ ਸੰਸਾਰ ਤੇ ਸਥਿਰ ਵਾਸਤੇ ਰਹਿ ਨਹੀਂ ਸਕੇਗਾ। ਤੇ ਕਹਿੰਦੇ ਕੋਈ ਨਾ ਬੰਦੇ ਧੀਰ, ਭਾਵ ਅਸੀਂ ਇੱਕ ਦੂਜੇ ਨੂੰ ਇਹ ਧੀਰ ਜੀ ਵੀ ਨਹੀਂ ਦੇ ਸਕਦੇ ਵੀ ਤੈਂ ਨਹੀਂ ਜਾਣਾ ਜਾਂ ਮੈਂ ਨਹੀਂ ਜਾਣਾ, ਕਿਉਂਕਿ ਜਾਣਾ ਸਾਰਿਆਂ ਨੂੰ ਪਏਗਾ। ਮੈਂ ਜਿਹੜੀ ਬੇਨਤੀ ਤੁਹਾਡੇ ਨਾਲ ਸਾਂਝੀ ਕਰਦਾ ਸਾਂ, ਤੇ ਭਗਤ ਜੀ ਨੂੰ ਮਾਂ ਜੀ ਪੁੱਛਦੇ ਹੈ, ਕਹਿੰਦੇ ਪੁੱਤਰ ਤੂੰ ਕਿੱਥੇ ਚਲਿਆ ਜਾਣਾ? ਕਹਿੰਦਾ ਮਾਂ ਮੈਂ ਸ਼ਮਸ਼ਾਨ ਭੂਮੀ ਵਿੱਚ ਜਾ ਕੇ ਸਤਨਾਮ ਸਤਨਾਮ ਦਾ ਸਿਮਰਨ ਕਰਦਾ ਤੇ ਉੱਥੋਂ ਮੈਨੂੰ ਬੜੇ ਕੀਮਤੀ ਰਤਨ ਪ੍ਰਾਪਤ ਹੁੰਦੇ ਹੈ। ਤੇ ਮਾਂ ਕਹਿੰਦੀ ਸਤਨਾਮ ਦਾ ਸਿਮਰਨ ਤੇ ਘਰੇ ਵੀ ਕੀਤਾ ਜਾ ਸਕਦਾ। ਕਹਿੰਦੇ ਇੱਕ ਦਿਨ ਭਗਤ ਜੀ ਜਦੋਂ ਸ਼ਮਸ਼ਾਨ ਭੂਮੀ ਵਿੱਚ ਜਾ ਕੇ ਬੈਠੇ, ਵੈਸੇ ਮੈਂ ਬੇਨਤੀ ਕਰਾਂ ਗੁਰਮੁਖੋ, ਜਗਤ ਗੁਰੂ ਬਾਬੇ ਨਾਨਕ ਨੇ ਜਦੋਂ ਸੱਚ ਦੀ ਗੱਲ ਆਰੰਭ ਕੀਤੀ ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਸ਼ਮਸ਼ਾਨ ਭੂਮੀ ਵਿੱਚ ਜਾ ਕੇ ਬੈਠੇ ਸਨ। ਕਹਿੰਦੇ ਵੱਧੋ ਵੱਧ ਆਹੀ ਤੁਸੀਂ ਮੇਰੇ ਨਾਲ ਕਰ ਸਕਦੇ ਹੋ ਵੀ ਜੇ ਮੈਂ ਸੱਚ ਦੀ ਗੱਲ ਕਰਾਂਗਾ ਵੱਧੋ ਵੱਧ ਤੁਸੀਂ ਮੈਨੂੰ ਮਾਰ ਹੀ ਸਕਦੇ ਹੋ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਮਰਨਾ ਪਹਿਲੀ ਕਬੂਲ ਕਰ ਲਿਆ, ਕਿਉਂਕਿ ਅਸਲ ਵਿੱਚ ਇਹ ਮਾਰਗ ਹੀ ਐਸਾ ਹੈ, ਪਹਿਲਾ ਮਰਨ ਕਬੂਲ ਕਰ, ਜੀਵਨ ਕੀ ਸਾਡੀ ਆਸ, ਹੋ ਸਭਨਾ ਕੀ ਰੇਨਕਾ ਤੋਂ ਆਓ ਹਮਾਰੇ ਪਾਸ। ਖੈਰ ਮੈਂ ਜਿਹੜੀ ਬੇਨਤੀ ਕਰਦਾ ਸਾਂ, ਕਹਿੰਦੇ ਭਗਤ ਜੀ ਸ਼ਮਸ਼ਾਨ ਭੂਮੀ ਵਿੱਚ ਚਲੇ ਜਾਂਦੇ ਹੈ ਤੇ ਇੱਕ ਦਿਨ ਮਾਂ ਵੀ ਪਿੱਛੇ ਚਲੇ ਗਈ। ਤੇ ਮਾਂ ਜੀ ਕੀ ਜਾ ਕੇ ਵੇਖਦੇ ਵੀ ਇੱਕ ਪਾਸੇ ਮੁਰਦਿਆਂ ਨੂੰ ਜਲਾਇਆ ਜਾ ਰਿਹਾ, ਮੁਰਦਿਆਂ ਨੂੰ ਅੱਗ ਵਿੱਚ ਰੱਖ ਕੇ ਸਾੜਿਆ ਜਾ ਰਿਹਾ। ਤੇ ਤਾਂ ਹੀ ਤੇ ਸਤਿਗੁਰੂ ਜੀ ਨੇ ਬਾਣੀ ਵਿੱਚ ਇਹ ਗੱਲ ਕਹੀ ਸੀ ਕਿ ਮਰਨ ਤੋਂ ਬਾਅਦ ਜਿਹੜੀ ਅਸੀਂ ਕਰਮ ਕਾਂਡ ਕਰਦੇ ਹਾਂ, ਇਹਨਾਂ ਕਰਮ ਕਾਂਡਾਂ ਦਾ ਸਾਨੂੰ ਲਾਭ ਕੋਈ ਨਹੀਂ ਹੁੰਦਾ। ਮੈਂ ਪਿਛਲੇ ਦਿਨਾਂ ਵਿੱਚ ਵੀ ਸ਼ਾਇਦ ਤੁਹਾਡੇ ਨਾਲ ਸਿੱਖ ਰਹਿਤ ਮਰਜ਼ਾਦਾ ਵਿੱਚੋਂ ਵੀ ਇਹ ਬੇਨਤੀ ਸਾਂਝੀ ਕੀਤੀ ਸੀ ਕਿ ਅੱਜ ਸਾਡੇ ਸਿੱਖਾਂ ਦੇ ਵਿੱਚ ਮਰਨ ਤੋਂ ਬਾਅਦ ਇੰਨੇ ਕਰਮ ਕਾਂਡ ਕੀਤੇ ਜਾਂਦੇ ਆ ਜਿਨ੍ਹਾਂ ਕਰਮ ਕਾਂਡਾਂ ਦਾ ਖੰਡਨ ਸਤਿਗੁਰੂ ਜੀ ਨੇ ਬਾਣੀ ਵਿੱਚ ਕੀਤਾ ਹੈ। ਕਿਉਂਕਿ ਸਤਿਗੁਰੂ ਜੀ ਕਹਿੰਦੇ ਜੇ ਮ੍ਰਿਤਕ ਕੋ ਚੰਦਨ ਚੜਾਵੈ ਉਸ ਤੇ ਕਹੋ ਕਵਨ ਫਲ ਪਾਵੈ, ਜੇ ਮ੍ਰਿਤਕ ਕੋ ਬਿਸ਼ਟਾ ਮਹਿ ਰੁਲਾਈ ਤਾਂ ਮ੍ਰਿਤਕ ਕਾ ਕਿਆ ਘਟ ਜਾਈ। ਸਾਡੇ ਸਮਾਜ ਵਿੱਚ ਅਸੀਂ ਵੇਖਦੇ ਹਾਂ ਕਿ ਜਿਉਂਦੇ ਬੰਦੇ ਨੂੰ ਰੋਟੀ ਨਸੀਬ ਨਹੀਂ ਹੋਈ ਤੇ ਮਰਨ ਤੋਂ ਬਾਅਦ ਉਹਦੇ ਤੇ ਖੰਡ ਤੇ ਘਿਓ ਪਾਇਆ ਜਾਂਦਾ। ਇਹ ਗੱਲ ਵੱਖਰੀ ਹੈ ਵੀ ਕਈ ਤੇ ਅੱਗ ਲਾਉਣ ਵਾਸਤੇ ਪਾਉਂਦੇ, ਉਹ ਤੇ ਵੱਖਰੀ ਗੱਲ ਹੈ, ਪਰ ਕਈ ਉੱਦਾਂ ਹੀ ਪਾਉਂਦੇ ਆ ਵੀ ਜੇ ਮਰਨ ਤੋਂ ਬਾਅਦ ਬਾਪੂ ਦੇ ਮੂੰਹ ਵਿੱਚ ਘਿਓ ਨਾ ਪਾਇਆ ਪਤਾ ਨਹੀਂ ਕੀ ਹੋ ਜਾਣਾ। ਮੈਂ ਬੇਨਤੀ ਕਰਦਾ ਹੁੰਦਾ ਗੁਰਮੁਖੋ, ਜੇ ਜਿਉਂਦੇ ਜੀ ਮਾਂ ਬਾਪ ਨੂੰ ਚੰਗੇ ਖੁਰਾਕ ਦਿੱਤੀ ਹੁੰਦੀ ਸ਼ਾਇਦ ਮਾਂ ਬਾਪ ਥੋੜਾ ਸਮਾਂ ਜ਼ਿੰਦਗੀ ਦਾ ਹੋਰ ਜਿਉ ਲੈਂਦੇ। ਇਹ ਸਾਡੇ ਸਮਾਜ ਵਿੱਚ ਕਰਮਕਾਂਡ ਵਾਪਰਦੇ ਹੈ, ਮੈਂ ਅੱਖਾਂ ਨਾਲ ਇਹ ਸਾਰਾ ਕੁਝ ਵੇਖਿਆ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਮ੍ਰਿਤਕ ਕੋ ਚੰਦਨ ਚੜਾਵੇ, ਭਾਈ ਤੁਸੀਂ ਤੇ ਘਿਓ ਖਾਂਡੀ ਪਾਉਣੀ ਹੋ, ਜੇ ਮਰਨ ਤੋਂ ਬਾਅਦ ਬੰਦੇ ਨੂੰ ਚੰਦਨ ਦੀ ਚਿਖਾ ਵਿੱਚ ਵੀ ਰੱਖ ਕੇ ਸਾੜ ਦਈਏ ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਤੇ ਕਹੋ ਕਵਨ ਫਲ ਪਾਵੇ। ਦੱਸੋ ਭਾਈ ਉਹਦੇ ਨਾਲ ਮਰਨ ਵਾਲੇ ਨੂੰ ਜਾਂ ਤੁਹਾਨੂੰ ਉਸ ਨੂੰ ਅੱਗ ਵਿੱਚ ਸਾੜਨ ਵਾਲਿਆਂ ਨੂੰ ਕਿਹੜਾ ਫਲ ਪ੍ਰਾਪਤ ਹੋਏਗਾ? ਹੋਏਗਾ ਕੋਈ ਫਲ ਪ੍ਰਾਪਤ? ਅੱਗੇ ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਮ੍ਰਿਤਕ ਕੋ ਵਿਸ਼ਟਾ ਮਹਿ ਰੁਲਾਈ, ਜੇ ਮਰੇ ਹੋਏ ਬੰਦੇ ਨੂੰ ਅਸੀਂ ਵਿਸ਼ਟਾਂ ਦੇ ਕੀੜਿਆਂ ਵਿੱਚ ਵੀ ਰੱਖ ਦਈਏ ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਉੱਤੇ ਮਿੱਟੀ ਆ ਉਹਦਾ ਘਟੇਗਾ ਕੀ? ਘਟੇਗਾ ਕੀ? ਇਹ ਤੇ ਚਲੋ ਸਾਡੇ ਇੱਕ ਜਿਹੜਾ ਆਪਾਂ ਕਹਿ ਲਓ ਵਿਧੀ ਬਣੀ ਹੈ, ਇੱਕ ਵਿਧਾਨ ਬਣਿਆ ਵੀ ਅਸੀਂ ਮੁਰਦੇ ਨੂੰ ਅੱਗ ਦੇ ਵਿੱਚ ਸਾੜਦੇ ਹਾਂ। ਨਹੀਂ ਤੇ ਸਾਡੀ ਸਿੱਖ ਰਹਿਤ ਮਰਜ਼ਾਦਾ ਵਿੱਚ ਲਿਖਿਆ ਹੈ ਜੇ ਲੱਕੜਾਂ ਦਾ ਪ੍ਰਬੰਧ ਨਾ ਹੋਵੇ ਤਾਂ ਕਿਸੇ ਹੋਰ ਤਰੀਕੇ ਨਾਲ ਵੀ ਬੰਨੇ ਲਾਇਆ ਜਾ ਸਕਦਾ ਹੈ। ਤਾਂ ਹੀ ਸਤਿਗੁਰੂ ਜੀ ਨੇ ਬਾਣੀ ਵਿੱਚ ਆਖਿਆ ਇੱਕ ਦੱਜੈ ਇੱਕ ਦੱਬੀਐ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸੁੱਟੀਐ, ਇੱਕ ਭੀ ਫਿਰ ਹੱਸਣ ਪਾਏ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਨਕ ਏਵ ਨਾ ਜਾਪੇ ਕਿੱਥੇ ਜਾਏ ਸਮਾਈ।
ਭਾਵੇਂ ਕੋਈ ਪਾਣੀ ਵਿੱਚ ਜਲ ਪ੍ਰਵਾਹ ਕਰ ਦੇ, ਭਾਵੇਂ ਕੋਈ ਅੱਗ ਵਿੱਚ ਰੱਖ ਕੇ ਸਾੜ ਦੇਵੇ, ਭਾਵੇਂ ਕੋਈ ਮੁਰਦੇ ਨੂੰ ਦਫਨਾ ਦੇਵੇ। ਇਸਲਾਮ ਵਿੱਚ ਦਫਨਾਇਆ ਜਾਂਦਾ ਕਿਉਂਕਿ ਉਹ ਸਾੜ ਨੂੰ ਅਪਵਿੱਤਰ ਮੰਨਦੇ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਮਰਨ ਵਾਲੇ ਦਾ ਪਤਾ ਨਹੀਂ ਲੱਗਦਾ ਵੀ ਕਿੱਥੇ ਚਲਿਆ ਗਿਆ। ਸਭਨਾ ਮਰਨਾ ਆਇਆ ਵੀ ਸੋੜਾ ਸਭਨਾ, ਪੁੱਛੋ ਜਾਏ ਸਿਆਣਿਆ ਅੱਗੇ ਮਿਲਣ ਕੇ ਨਾ, ਵੀ ਅੱਗੇ ਕੋਈ ਮਿਲਦਾ ਕਿਸੇ ਨੂੰ। ਖੈਰ ਮੈਂ ਜਿਹੜੀ ਬੇਨਤੀ ਕਰਦਾ ਸਾਂ, ਮਾਂ ਪਿੱਛੇ ਆ ਗਈ ਤੇ ਸਾਹਮਣੇ ਇੱਕ ਪਾਸੇ ਮੁਰਦੇ ਜਲਦੇ ਪਏ ਹੈ, ਸ਼ਮਸ਼ਾਨ ਭੂਮੀ ਵਿੱਚ ਮੁਰਦਿਆਂ ਨੂੰ ਰੱਖ ਕੇ ਅੱਗ ਲਾਈ ਪਈ ਹੈ, ਤੇ ਦੂਸਰੇ ਪਾਸੇ ਭਗਤ ਜੀ ਇੱਕ ਬੰਨੇ ਬਹਿ ਕੇ ਸਤਨਾਮ ਸਤਨਾਮ ਦਾ ਸਿਮਰਨ ਕਰਦੇ। ਮਾਂ ਕਹਿੰਦੀ ਪੁੱਤਰ ਤੂੰ ਤੇ ਕਹਿੰਦਾ ਸਾਂ ਇੱਥੋਂ ਮੈਨੂੰ ਕੀਮਤੀ ਰਤਨ ਮਿਲਦੇ ਹੈ, ਕੀਮਤੀ ਮੋਤੀ ਮਿਲਦੇ ਹੈ, ਪਰ ਇੱਥੇ ਤੇ ਮੁਰਦਿਆਂ ਨੂੰ ਜਲਾਇਆ ਜਾ ਰਿਹਾ। ਭਗਤ ਜੀ ਕਹਿੰਦੇ ਮਾਂ ਵੇਖ, ਜਿਹੜਾ ਮੈਂ ਆਪਣੀ ਰਸਨਾ ਤੋਂ ਪਰਮਾਤਮਾ ਦਾ ਨਾਮ ਉਚਾਰਨ ਕਰਦਾ ਪਿਆ ਨਾ, ਤੇ ਪਰਮਾਤਮਾ ਦੇ ਨਾਮ ਤੋਂ ਕੀਮਤੀ ਰਤਨ ਕੋਈ ਨਹੀਂ। ਸਭ ਤੋਂ ਕੀਮਤੀ ਹੈ ਪਰਮਾਤਮਾ ਦਾ ਨਾਮ, ਇਹਦੇ ਬਰਾਬਰ ਕਿਸੇ ਰਤਨ ਨੂੰ ਨਹੀਂ ਰੱਖਿਆ ਜਾ ਸਕਦਾ। ਪਰ ਮਾਂ ਕਹਿੰਦੀ ਰੱਬ ਦਾ ਨਾਮ ਤੇ ਤੂੰ ਘਰੇ ਵੀ ਲੈ ਸਕਦਾ। ਪਰ ਭਗਤ ਕਬੀਰ ਜੀ ਨੇ ਇੱਕ ਗੱਲ ਕਹੀ ਸੀ, ਕਹਿੰਦੇ ਮਾਂ ਜਦੋਂ ਮੈਂ ਪਰਿਵਾਰ ਵਿੱਚ ਹੁੰਨਾ, ਜਦੋਂ ਘਰ ਵਿੱਚ ਹੁੰਨਾ, ਮੈਨੂੰ ਸੰਸਾਰ ਚੇਤੇ ਆਉਂਦਾ ਹੈ, ਪਰ ਜਦੋਂ ਸ਼ਮਸ਼ਾਨ ਭੂਮੀ ਵਿੱਚ ਇਹਨਾਂ ਮੁਰਦਿਆਂ ਨੂੰ ਜਲਦਿਆਂ ਨੂੰ ਵੇਖਦਾ, ਉਸ ਵੇਲੇ ਮੈਨੂੰ ਮੌਤ ਦਾ ਚੇਤਾ ਆਉਂਦਾ ਤੇ ਨਿਰੰਕਾਰ ਚੇਤੇ ਆਉਂਦਾ। ਭਗਤ ਜੀ ਨੇ ਸ਼ਬਦ ਵੀ ਉਚਾਰਨ ਕੀਤਾ, ਕਹਿਤ ਕਬੀਰ ਸੁਣੋ ਮਨ ਮੇਰੇ। ਇਹ ਤੇ ਭਗਤ ਜੀ ਤੇ ਕਹਿ ਰਹੇ ਆ, ਗੱਲ ਤੇ ਸਾਡੇ ਮਨ ਦੀ ਹੈ ਨਾ, ਵੀ ਅਸੀਂ ਸਾਰੇ ਆਪਣੇ ਆਪਣੇ ਮਨ ਨੂੰ ਸੰਬੋਧਨ ਕਰਕੇ ਸਮਝਾਈਏ। ਕਹਿਤ ਕਬੀਰ ਸੁਣੋ ਮਨ ਮੇਰੇ, ਕਿਹੜੀ ਗੱਲ ਆਪਣੇ ਮਨ ਨੂੰ ਸਮਝਾਈਏ? ਇਹੀ ਹਵਾਲ ਹੋਣਗੇ ਤੇਰੇ ਕਿ ਮਨਾ ਜੇ ਅੱਜ ਸ਼ਮਸ਼ਾਨ ਭੂਮੀ ਵਿੱਚ ਤੇਰੇ ਰਿਸ਼ਤੇ ਨਾਤੇ ਵਾਲਿਆਂ ਨੂੰ, ਤੇਰੇ ਪਰਿਵਾਰਕ ਮੈਂਬਰਾਂ ਨੂੰ, ਤੇਰੇ ਸੰਗੀ ਸਾਥੀਆਂ ਨੂੰ ਜਲਾਇਆ ਜਾ ਰਿਹਾ, ਤੇ ਇੱਕ ਗੱਲ ਚੇਤੇ ਰੱਖੀ, ਉਹ ਸਮਾਂ ਦੂਰ ਨਹੀਂ ਜਦੋਂ ਤੇਰੇ ਤਨ ਦਾ ਵੀ ਇਹੀ ਹਾਲ ਹੋਏਗਾ। ਮੈਂ ਤੇ ਬੜੀ ਵਾਰੀ ਬੇਨਤੀ ਕਰਦਾ ਹੁੰਦਾ ਗੁਰਮੁਖੋ, ਭਾਵੇਂ ਬੰਦਾ ਜਿਹੜਾ ਸੰਸਾਰਕ ਸੁੱਖਾਂ ਨੂੰ ਵੇਖ ਕੇ ਸੰਸਾਰ ਦੀ ਮੋਹ ਮਾਇਆ ਮਮਤਾ ਵਿੱਚ ਪੈ ਕੇ ਮੌਤ ਨੂੰ ਭੁਲਾ ਦਿੰਦਾ, ਪਰ ਜਦੋਂ ਅਸੀਂ ਕਿਸੇ ਨੂੰ ਸ਼ਮਸ਼ਾਨ ਭੂਮੀ ਵਿੱਚ ਲੈ ਕੇ ਜਾਈਏ, ਉਸ ਵੇਲੇ ਸਾਨੂੰ ਆਪਣੇ ਮਨ ਨੂੰ ਵੀ ਸਮਝਾਉਣਾ ਚਾਹੀਦਾ ਹੈ, ਮਨਾ ਇੱਕ ਦਿਨ ਤੇਰੇ ਸਰੀਰ ਦਾ ਵੀ ਇਹੀ ਹਾਲ ਹੋਏਗਾ, ਇਹਨਾਂ ਲੱਕੜਾਂ ਵਿੱਚ ਤੇਰੇ ਤਨ ਨੂੰ ਰੱਖ ਕੇ ਜਲਾਇਆ ਜਾਏਗਾ। ਤਾਂ ਹੀ ਤੇ ਸਤਿਗੁਰੂ ਜੀ ਨੇ ਬਾਣੀ ਵਿੱਚ ਆਖਿਆ ਸੀ, ਗਹਿਰੀ ਕਰਕੇ ਨੀਵ ਖੁਦਾਈ, ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਅਧਕਾਈ, ਜਿਨ ਤਿਰਨ ਤਰ ਮੂੰਡ ਬੁਲਾਏ, ਹਮਰੋ ਕਰਤਾ ਰਾਮ ਸਨੇਹੀ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਝੂਠੀ ਦੇਹੀ ਦਾ ਹੰਕਾਰ ਕਿਉਂ ਕਰਦਾ? ਕਿਉਂਕਿ ਇੱਕ ਦਿਨ ਇਸ ਦੇਹੀ ਨੇ ਬਿਨਸ ਜਾਣਾ। ਕਾਹੇ ਰੇ ਨਰ ਗਰਭ ਕਰਤ ਹੋ ਬਿਨਸ ਜਾਹੇ ਝੂਠੀ ਦੇਹੀ। ਕਿਉਂਕਿ ਸਤਿਗੁਰੂ ਜੀ ਕਹਿੰਦੇ ਇਹ ਦੇਹੀ ਝੂਠੀ ਹੈ, ਕਿਉਂਕਿ ਇਹਨੇ ਇੱਕ ਦਿਨ ਬਿਨਸ ਜਾਣਾ, ਇਹਨੇ ਖਤਮ ਹੋ ਜਾਣਾ। ਅੱਗੇ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰੀ ਮੇਰੀ ਕੈਰੋਂ ਕਰਤੇ ਦੁਰਜੋਧਨ ਸੇ ਭਾਈ, 12 ਜੋਜਨ ਸ਼ਤਰ ਚਲੇ ਥਾ ਦੇਹੀ ਗਿਰਜਨ ਖਾਈ, ਸਰਬ ਸੁਣ ਕੇ ਲੰਕਾ ਹੋਤੀ ਰਾਵਣ ਸੇ ਅਧਕਾਈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਝਾਤ ਮਾਰ ਕੇ ਵੇਖੋ, ਕਹਾਂ ਭਇਓ ਦਰ ਬਾਂਧੇ ਹਾਥੀ, ਸਿਨਮੇ ਭਈ ਪਰਾਈ। ਕਿੱਥੇ ਨੇ ਭਾਈ ਉਹਨਾਂ ਦੇ ਦਰ ਤੇ ਬੰਨੇ ਹੋਏ ਹਾਥੀ? ਕਿੱਥੇ ਆ ਉਹਨਾਂ ਦਾ ਰਾਜ ਭਾਗ? ਤਾਂ ਹੀ ਸਤਿਗੁਰੂ ਜੀ ਨੇ ਆਖਿਆ ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ। ਪਰ ਆਖਿਆ ਇਹਨੂੰ ਸੱਚ ਨਾ ਮੰਨ ਕੇ ਬਹਿ ਜਾਈ, ਕਹੋ ਨਾਨਕ ਥਿਰ ਕਿਸ ਨਹੀਂ ਸੁਪਨੇ ਜੌਨ ਸੰਸਾਰ। ਸੰਸਾਰ ਦੀ ਤੁਲਨਾ ਸੁਪਨੇ ਨਾਲ ਕਿਉਂ ਕੀਤੀ? ਕਿਉਂਕਿ ਗੁਰਮੁਖੋ ਸੁਪਨਾ ਕਦੇ ਵੀ ਹਕੀਕਤ ਨਹੀਂ ਹੁੰਦਾ। ਤਾਂ ਹੀ ਤੇ ਸਤਿਗੁਰੂ ਜੀ ਨੇ ਆਖਿਆ ਇਹ ਜਿਹੜੇ ਸੰਸਾਰ ਨੂੰ ਸੱਚ ਮੰਨ ਕੇ ਬੈਠਾ ਹੈ, ਸਤਿਗੁਰੂ ਜੀ ਕਹਿੰਦੇ ਅਸਲ ਵਿੱਚ ਇਹ ਇੱਕ ਸੁਪਨਾ ਹੈ, ਪਰ ਇਸ ਸੁਪਨੇ ਦੀ ਸਮਝ ਤਾਂ ਪੈਣੀ ਹੈ ਜੇ ਗੁਰੂ ਦੇ ਗਿਆਨ ਨਾਲ ਜੁੜ ਕੇ ਤੂੰ ਅੰਦਰੋਂ ਜਾਗੇਗਾ। ਤਾਂ ਹੀ ਤੇ ਸਤਿਗੁਰੂ ਜੀ ਸਾਨੂੰ ਸੁੱਤਿਆਂ ਨੂੰ ਜਗਾ ਰਹੇ ਹੈ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਮਾਇਆ ਦੇ ਮੋਹ ਵਿੱਚ ਪਿਆ ਹੋਇਆ, ਜਿਹੜੇ ਪਰਿਵਾਰਕ ਮੈਂਬਰਾਂ ਦੇ ਮੋਹ ਵਿੱਚ ਪਿਆ, ਤੇ ਇਹਨਾਂ ਨੇ ਤਾਂ ਤੇਰੇ ਨਾਲ ਕੀ ਜਾਣਾ, ਤੇਰਾ ਸਰੀਰ ਵੀ ਤੇਰੇ ਨਾਲ ਨਹੀਂ ਜਾਏਗਾ। ਜਾਗ ਲਿਹੋ ਰੇ ਮਨਾ ਜਾਗ ਲਿਹੋ, ਇੱਥੇ ਜਾਗਣ ਦਾ ਭਾਵ ਹੈ ਸੁਚੇਤ ਹੋ, ਆਪਣੇ ਜੀਵਨ ਨੂੰ ਸਮਝ। ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਪਰਮਾਤਮਾ ਨੇ ਤੈਨੂੰ ਜਨਮ ਦਿੱਤਾ ਸੀ, ਕਿਉਂਕਿ ਗੁਰਮੁਖੋ ਇਹ ਗੱਲ ਸਾਨੂੰ ਮੰਨਣੀ ਪਏਗੀ ਕਿ ਮਾਲਕ ਦੇ ਹੁਕਮ ਵਿੱਚ ਹੀ ਮਨੁੱਖ ਦਾ ਜਨਮ ਹੁੰਦਾ, ਤੇ ਮਾਲਕ ਦੇ ਹੁਕਮ ਵਿੱਚ ਹੀ ਮਨੁੱਖ ਦੀ ਮੌਤ ਹੁੰਦੀ ਹੈ। ਕਿਉਂਕਿ ਅੱਜ ਕਨਸੈਪਟ ਮੌਤ ਦਾ ਚੱਲ ਰਿਹਾ, ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ,
ਘੱਲੇ ਆਵੈ ਨਾਨਕਾ ਸਦੇ ਉੱਠੀ ਜਾਏ। ਮਾਲਕ ਦੇ ਹੁਕਮ ਵਿੱਚ ਹੀ ਮਨੁੱਖ ਸੰਸਾਰ ਤੇ ਆਉਂਦਾ ਹੈ ਤੇ ਮਾਲਕ ਦੇ ਹੁਕਮ ਵਿੱਚ ਹੀ ਜਦੋਂ ਸਦਾ ਆਉਂਦਾ ਸੰਸਾਰ ਤੋਂ ਚਲਿਆ ਜਾਂਦਾ। ਪਰ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਗੱਲ ਕਹੀ ਸੀ ਬਾਣੀ ਦੇ ਵਿੱਚ, ਕਹਿੰਦੇ ਇੱਕ ਗੱਲ ਚੇਤੇ ਰੱਖਿਓ, ਇਹ ਜਿਹੜਾ ਮੌਤ ਦਾ ਸੱਦਾ ਹੈ ਨਾ, ਇਹ ਹਰ ਇੱਕ ਘਰ ਵਿੱਚ ਆਏਗਾ। ਇਹ ਮੌਤ ਦਾ ਸੱਦਾ ਤੇ ਸਾਡੇ ਘਰ ਵਿੱਚ ਵੀ ਆਇਆ। ਹੁਣ ਸਰੀਰਕ ਤੌਰ ਤੇ ਤਾਂ ਗੁਰੂ ਸਾਹਿਬਾਨ ਵੀ ਗਏ ਹੈ ਨਾ, ਇਹ ਤੇ ਸਾਨੂੰ ਮੰਨਣਾ ਪਏਗਾ ਨਾ ਵੀ ਜਿਹੜੇ ਨਿਯਮ ਦੀ ਗੱਲ ਉਹਨਾਂ ਨੇ ਬਾਣੀ ਵਿੱਚ ਕੀਤੀ ਹੈ, ਰੱਬੀ ਨਿਯਮ ਦੀ, ਉਹ ਨਿਯਮ ਤੇ ਉਹਨਾਂ ਨੇ ਜੀਵਨ ਵਿੱਚ ਆਪਣੇ ਵੀ ਮੰਨੇ ਹਨ, ਤਾਂ ਹੀ ਸਾਨੂੰ ਨਿਯਮ ਦੀ ਗੱਲ ਬਾਣੀ ਵਿੱਚ ਉਹਨਾਂ ਨੇ ਕੀਤੀ ਹੈ। ਖੈਰ ਮੈਂ ਜਿਹੜੀ ਬੇਨਤੀ ਕਰਦਾ ਸਾਂ ਤੇ ਮਾਂ ਨੇ ਆਖਿਆ ਇਹ ਰੱਬ ਦਾ ਨਾਂ ਤੇ ਘਰੇ ਵੀ ਜਪਿਆ ਜਾ ਸਕਦਾ ਹੈ, ਪਰ ਭਗਤ ਜੀ ਕਹਿੰਦੇ ਮਾਂ ਜਦੋਂ ਘਰ ਵਿੱਚ ਹੁੰਨਾ, ਪਰਿਵਾਰ ਵਿੱਚ ਹੁੰਨਾ, ਮੈਨੂੰ ਸੰਸਾਰ ਚੇਤੇ ਆਉਂਦਾ ਹੈ, ਪਰ ਜਦੋਂ ਇਹਨਾਂ ਮੁਰਦਿਆਂ ਨੂੰ ਜਲਦਿਆਂ ਨੂੰ ਵੇਖਦਾ ਉਸ ਵੇਲੇ ਮੈਨੂੰ ਮੌਤ ਯਾਦ ਆਉਂਦੀ ਹੈ ਤੇ ਨਿਰੰਕਾਰ ਚੇਤੇ ਆਉਂਦਾ। ਸਿਆਣੇ ਕਹਿੰਦੇ ਨਾ ਵੀ ਇਹ ਇੱਕ ਸਿੱਕੇ ਦੇ ਦੋ ਪਹਿਲੂ ਨੇ। ਜਿਹੜੇ ਬੰਦੇ ਨੂੰ ਮਰਨਾ ਯਾਦ ਹੈ ਤੇ ਉਹਨੂੰ ਪਰਮਾਤਮਾ ਦਾ ਨਾਮ ਚੇਤੇ ਹੈ, ਜਿਹਨੂੰ ਪਰਮਾਤਮਾ ਦਾ ਨਾਮ ਚੇਤੇ ਹੈ ਉਹਨੂੰ ਮੌਤ ਵੀ ਚੇਤੇ। ਤਾਂ ਹੀ ਤੇ ਆਪਾਂ ਕਈ ਥਾਂ ਤੇ ਜਾਂਦੇ ਨਾ, ਸ਼ਮਸ਼ਾਨ ਭੂਮੀ ਦੇ ਬਾਹਰ ਇਹ ਲਿਖ ਕੇ ਲਾਇਆ ਹੁੰਦਾ ਵੀ ਮੌਤ ਤੇ ਵਾਹਿਗੁਰੂ ਨੂੰ ਹਮੇਸ਼ਾ ਯਾਦ ਰੱਖੋ, ਕਿਉਂਕਿ ਰੱਬ ਵੀ ਬਹੁਤ ਨੇੜੇ ਹੈ ਤੇ ਮੌਤ ਵੀ ਬਹੁਤ ਨੇੜੇ, ਮੌਤ ਵੀ ਬਹੁਤ ਨੇੜੇ ਹੈ। ਤਾਂ ਹੀ ਤੇ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ, ਉਹ ਜਿਹੜੀ ਮੌਤ ਨੂੰ ਅਸੀਂ ਬੜਾ ਦੂਰ ਮੰਨ ਕੇ ਬੈਠੇ ਹਾਂ, ਉਹ ਮੌਤ ਤਾਂ ਇੰਨਾ ਨੇੜੇ ਹੈ। ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸ ਸਰੇਵੋਂ ਜਾ ਕੇ ਜੀ ਪਰਾਣਾ। ਖੈਰ ਮੈਂ ਜਿਹੜੀ ਬੇਨਤੀ ਕਰਦਾ ਸਾਂ ਸੰਖੇਪ ਰੂਪ ਵਿੱਚ ਬੇਨਤੀ ਕਰਾਂ ਤੇ ਭਗਤ ਜੀ ਨੇ ਜਦੋਂ ਜਵਾਬ ਦਿੱਤਾ ਤੇ ਭਗਤ ਜੀ ਨੇ ਉਸ ਵੇਲੇ ਸ਼ਬਦ ਉਚਾਰਨ ਕੀਤਾ, ਕਹਿਤ ਕਬੀਰ ਸੁਨੋ ਮਨ ਮੇਰੇ, ਇਹ ਹਵਾਲ ਹੋਣਗੇ ਤੇਰੇ। ਭਗਤ ਜੀ ਕਹਿੰਦੇ ਇਹਨਾਂ ਮੁਰਦਿਆਂ ਨੂੰ ਜਲਦਿਆਂ ਨੂੰ ਵੇਖ ਕੇ ਮੈਂ ਆਪਣੇ ਮਨ ਨੂੰ ਸਮਝਾਉਣ ਦਾ ਯਤਨ ਕਰਦਾ ਮਨਾ, ਆਪਣੇ ਜੀਵਨ ਵਿੱਚ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਕੁਝ ਲਾਹਾ ਖੱਟ ਲੈ, ਨਹੀਂ ਤੇ ਤੇਰੇ ਤਨ ਦਾ ਵੀ ਇਹੀ ਅਸਰ ਹੋਏਗਾ। ਇੱਕ ਦਿਨ ਤੇਰੇ ਤਨ ਤੇ ਵੀ ਇਹ ਮੌਤ ਦਾ ਸਮਾਂ ਆਏਗਾ। ਮੈਂ ਤਾਂ ਬੇਨਤੀ ਕਰ ਰਿਹਾ ਕਿਉਂਕਿ ਭਗਤ ਜੀ ਕਹਿੰਦੇ 100 ਦਿਨ ਆਵਣ ਲਾਗਾ। ਭਾਈ ਉਹ ਦਿਨ, ਉਹ ਸਮਾਂ, ਉਹ ਵਾਰੀ ਹਰ ਇੱਕ ਮਨੁੱਖ ਦੇ ਜੀਵਨ ਵਿੱਚ ਆਏਗੀ। ਤਾਂ ਹੀ ਤੇ ਅਸੀਂ ਪਾਵਨ ਸ਼ਬਦ ਪੜ੍ਹਦੇ ਹਾਂ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇਹ ਮੌਤ ਦੀ ਵਾਰੀ ਸਾਰਿਆਂ ਦੀ ਆਏਗੀ। ਪਰ ਮੈਂ ਬੜੀ ਵਾਰੀ ਬੇਨਤੀ ਕਰਦਾ ਹੁੰਦਾ ਗੁਰਮੁਖੋ, ਇਹ ਗੱਲ ਵੱਖਰੀ ਹੈ ਵੀ ਕਈਆਂ ਦੀ ਵਾਰੀ ਬਚਪਨ ਵਿੱਚ ਆ ਜਾਂਦੀ ਹੈ, ਕਈਆਂ ਦੀ ਵਾਰੀ ਜਵਾਨੀ ਵਿੱਚ ਆ ਜਾਂਦੀ ਹੈ, ਨਹੀਂ ਤੇ ਬੁਢੇਪੇ ਵਿੱਚ ਤੇ ਮੌਤ ਦੀ ਵਾਰੀ ਨੇ ਆਉਣਾ ਹੀ ਆਉਣਾ ਹੈ। ਕੋਈ ਨਹੀਂ ਇਸ ਵਾਰੀ ਤੋਂ ਬਚ ਪਾਏਗਾ, ਭਾਵੇਂ ਜਿੰਨੇ ਅਸੀਂ ਵੀ ਬੈਠੇ ਹੋਏ ਹਾਂ। ਮਤਾ ਕਿਤੇ ਅਸੀਂ ਭੁਲੇਖੇ ਵਿੱਚ ਰਹੀਏ, ਬੰਦਾ ਕਹਿੰਦਾ ਫਲਾਣਾ ਮਰ ਗਿਆ ਮੈਂ ਥੋੜ੍ਹੀ ਮਰਾਂਗਾ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਵੀ ਮੌਤ ਦੇ ਬਹੁਤ ਨੇੜੇ, ਪਤਾ ਨਹੀਂ ਕਾਲ ਨੇ ਕਦੋਂ ਆ ਕੇ ਤੇਰੇ ਗਲ ਵਿੱਚ ਫਾਹੀ ਪਾ ਲੈਣੀ, ਪਤਾ ਨਹੀਂ। ਤਾਂ ਹੀ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਐ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ। ਕਹਿੰਦੇ ਤੂੰ ਸੰਸਾਰ ਦੇ ਮੋਹ ਮਾਇਆ ਮਮਤਾ ਵਿੱਚ ਪੈ ਕੇ ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਬੈਠਾ, ਪਰ ਸਤਿਗੁਰੂ ਜੀ ਕਹਿੰਦੇ ਦਿਨ ਰਾਤ ਕਰਕੇ, ਭਾਵ ਹਰ ਵੇਲੇ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਿਆ ਕਰ, ਕਿਉਂਕਿ ਤੇਰੇ ਜੀਵਨ ਦਾ ਸਫਲ, ਤੇਰਾ ਜੀਵਨ ਸਫਲ ਤਾਂ ਹੀ ਹੋਏਗਾ ਜੇ ਪਰਮਾਤਮਾ ਦੇ ਨਾਮ ਨੂੰ ਸਿਮਰੇਗਾ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ। ਨਿਸ ਦਿਨ ਦਾ ਅਰਥ ਭਾਵੇਂ ਅਸੀਂ ਦਿਨ ਰਾਤ ਕਰਦੇ ਹਾਂ, ਭਾਵ ਹਰ ਵੇਲੇ ਆਪਣੀ ਸੁਰਤ ਵਿੱਚ ਪਰਮਾਤਮਾ ਦੇ ਨਾਮ ਨੂੰ ਟਿਕਾ ਕੇ ਰੱਖ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਮਨੁੱਖ ਦੇ ਜੀਵਨ ਦੀ ਗੱਲ ਉਲਟ ਹੈ ਕਿ ਇਹ ਬਾਕੀ ਸਾਰੀਆਂ ਗੱਲਾਂ ਨੂੰ ਚੇਤੇ ਕਰਦਾ ਹੈ ਤੇ ਇੱਕ ਤੇ ਮੌਤ ਨੂੰ ਭੁਲਾ ਕੇ ਬੈਠਾ ਹੈ ਤੇ ਇੱਕ ਮਾਲਕ ਪਰਮਾਤਮਾ ਨੂੰ ਭੁਲਾ ਕੇ ਬੈਠਾ ਹੋਇਆ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਸਿਨ ਸਿਨ ਔਦ ਵਿਹਾਤ ਹੈ। ਔਦ ਦਾ ਅਰਥ ਹੁੰਦਾ ਉਮਰ, ਆਰਜੂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਥੋੜ੍ਹਾ ਥੋੜ੍ਹਾ ਸਮਾਂ ਕਰਕੇ ਤੇਰੀ ਜ਼ਿੰਦਗੀ ਦਾ ਸਮਾਂ ਇੱਦਾਂ ਲੰਘ ਰਿਹਾ ਜਿਵੇਂ ਫੁੱਟੇ ਹੋਏ ਘੜੇ ਵਿੱਚੋਂ ਪਾਣੀ ਨਿਕਲਦਾ ਹੋਵੇ। ਪਰ ਮੈਂ ਬੜੀ ਵਾਰੀ ਬੇਨਤੀ ਕੀਤੀ ਹੈ ਗੁਰਮੁਖੋ, ਜੇ ਤਿੜਕੇ ਹੋਏ ਘੜੇ ਵਿੱਚੋਂ ਪਾਣੀ ਦੀ ਪਹਿਲੀ ਬੂੰਦ ਬਾਹਰ ਨਿਕਲੇਗੀ ਤਾਂ ਹੀ ਅਖੀਰ ਵਾਲੀ ਬੂੰਦ ਬਾਹਰ ਨਿਕਲੇਗੀ। ਜਦੋਂ ਕੋਈ ਬੰਦਾ ਮਰਦਾ ਨਾ ਅਸੀਂ ਕਹਿੰਦੇ ਹਾਂ ਫਲਾਣੇ ਨੇ ਆਖਰੀ ਸਾਹ ਲਿਆ ਸੀ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਆਖਰੀ ਤਾਂ ਲਿਆ ਸੀ ਜੇ ਪਹਿਲਾਂ ਉਹਨੇ ਕਦੇ ਲਿਆ ਸੀ। ਅਸਲ ਵਿੱਚ ਮੌਤ ਦੀ ਆਰੰਭਤਾ ਤੇ ਪਹਿਲੇ ਸਾਹ ਤੋਂ ਹੀ ਹੋ ਗਈ ਸੀ। ਜਦੋਂ ਆਖਰੀ ਸਾਹ ਲਿਆ ਉਸ ਵੇਲੇ ਮੌਤ ਨੇ ਆਪਣਾ ਪ੍ਰੋਸੈਸ ਪੂਰਾ ਕੀਤਾ। ਅਸਲ ਵਿੱਚ ਮੌਤ ਤੇ ਪਹਿਲੇ ਸਾਹ ਤੋਂ ਹੀ ਆਰੰਭ ਹੋ ਗਈ। ਬੰਦਾ ਤੇ ਘਟਨਾ ਤੇ ਉਦੋਂ ਹੀ ਸ਼ੁਰੂ ਹੋ ਗਿਆ ਨਾ, ਉਮਰ ਤੇ ਉਦੋਂ ਹੀ ਘਟਣੀ ਸ਼ੁਰੂ ਹੋ ਗਈ ਨਾ। ਸੱਚੇ ਪਾਤਸ਼ਾਹ ਜੀ ਕਹਿੰਦੇ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਸਿਨ ਸਿਨ ਔਦ ਵਿਹਾਤ ਹੈ, ਫੂਟੇ ਘਟ ਜਾਉ ਪਾਨੀ।
ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਗੁਣ ਕਾਹੀ ਨਾ ਗਾਵਹੀਂ। ਕਿਉਂ ਹਰੀ ਪਰਮਾਤਮਾ ਦੇ ਗੁਣ ਨਹੀਂ ਗਾਉਂਦਾ? ਕਿਉਂ ਨਹੀਂ ਪਰਮਾਤਮਾ ਦੇ ਨਾਮ ਦੇ ਨਾਲ ਜੁੜਦਾ? ਮੂਰਖ ਅਗਿਆਨਾ, ਮੂਰਖ ਦਾ ਅਰਥ ਹੁੰਦਾ ਬੇਸਮਝ, ਜਿਹਨੂੰ ਆਪਣੇ ਜੀਵਨ ਦਾ ਮਕਸਦ ਚੇਤੇ ਨਾ ਹੋਵੇ। ਅਗਿਆਨੀ ਜਿਹੜਾ ਮੋਹ ਮਾਇਆ ਮਮਤਾ ਵਿੱਚ ਸੁੱਤਾ ਹੋਇਆ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਝੂਠੈ ਲਾਲਚ ਲਾਗ ਕੇ ਨਹੀਂ ਮਰਨ ਪਛਾਨ। ਕਹਿੰਦੇ ਸੰਸਾਰ ਦੇ ਝੂਠੇ ਲਾਲਚਾਂ ਵਿੱਚ ਪੈ ਕੇ ਤੂੰ ਮੌਤ ਨੂੰ ਭੁਲਾ ਕੇ ਬੈਠਾ ਹੋਇਆ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਐ ਨਹਿ ਮਰਨ ਪਛਾਨਾ ਅੱਜ ਹੂੰ ਕਛ ਵਿਗੜਿਓ ਨਹੀਂ। ਬੰਦਾ ਕਹਿੰਦਾ ਮੈਂ ਹੁਣ ਰੱਬ ਨਾਲ ਕਿਵੇਂ ਜੋੜਾਂਗਾ, ਮੇਰੀ ਤੇ ਸਾਰੀ ਜ਼ਿੰਦਗੀ ਲੰਘ ਗਈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਕੋਈ ਗੱਲ ਨਹੀਂ, ਅਜੇ ਵੀ ਸਮਾਂ ਹੈ। ਜਿਵੇਂ ਸੱਚੇ ਪਾਤਸ਼ਾਹ ਜੀ ਕਹਿੰਦੇ ਫਰੀਦਾ ਕਾਲੀ ਜਿਨੇ ਨਾ ਰਾਵਿਓ ਧੌਲੀ ਰਾਵੈ ਕੋਈ, ਕਰ ਸਾਈਂ ਸਿਉ ਪਿਰਹੜੀ ਰੰਗ ਨਵੇਲਾ ਹੋਏ। ਕੋਈ ਗੱਲ ਨਹੀਂ, ਜੇ ਬਚਪਨ ਅਜਾਈ ਚਲਿਆ ਗਿਆ, ਜਵਾਨੀ ਚਲੀ ਗਈ, ਜੇ ਬੜੇਪੇ ਪਹਿਰੇ ਆ ਕੇ ਵੀ ਪਰਮਾਤਮਾ ਦਾ ਨਾਮ ਜਪੇ ਤਾਂ ਵੀ ਤੇਰਾ ਜੀਵਨ ਮਾਲਕ ਦੇ ਘਰ ਵਿੱਚ ਪ੍ਰਵਾਨ ਹੋ ਸਕਦਾ, ਤੇਰਾ ਜੀਵਨ ਸਫਲ ਹੋ ਸਕਦਾ। ਅਜਹੋ ਕਸ ਵਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ। ਭਾਈ ਜਿਹੜੇ ਪਰਮਾਤਮਾ ਦੇ ਗੁਣਾਂ ਨੂੰ ਗਾ ਲੈਂਦੇ ਆ ਨਾ, ਤਾਂ ਉਹਨਾਂ ਦਾ ਜੀਵਨ ਜ਼ਰੂਰ ਸਫਲ ਹੁੰਦਾ। ਭਾਵੇਂ ਬਚਪਨ ਦਾ ਸਮਾਂ ਹੋਵੇ, ਭਾਵੇਂ ਜਵਾਨੀ ਦਾ, ਭਾਵੇਂ ਬੜੇਪਾ ਹੋਵੇ। ਨਹੀਂ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਬਾਲ ਜਵਾਨੀ ਅਰ ਬਿਰਧ ਫੁਨ। ਤਿੰਨ ਪੜਾਅ ਨੇ ਮਨੁੱਖਾ ਜੀਵਨ ਦੇ, ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਮਾਲਕ ਦਾ ਨਾਮ ਨਹੀਂ ਜਪਿਆ ਨਾ, ਜੇ ਰੱਬੀ ਗੁਣਾਂ ਦੇ ਨਾਲ ਸਾਂਝ ਨਹੀਂ ਪਾਈ, ਮਾਲਕ ਨੂੰ ਨਹੀਂ ਸਿਮਰਿਆ, ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਕਹੋ ਨਾਨਕ ਹਰ ਭਜਨ ਬਿਨ ਬਿਰਤਾ ਸਭ ਹੀ ਮਾਨ। ਤੇ ਨਾ ਤੇਰਾ ਬਚਪਨ ਵਾਰ ਪ੍ਰਵਾਨ ਹੋਏਗਾ, ਤੇ ਨਾ ਜਵਾਨੀ ਤੇ ਨਾ ਬੜੇਪੇ ਪਹਿਰੇ ਤੂੰ ਪ੍ਰਵਾਨ ਚੜ੍ਹੇਗਾ। ਆਓ ਆਪਾਂ ਆਰੰਭਤਾ ਤੋਂ ਪਾਵਨ ਸ਼ਬਦ ਨੂੰ ਵਿਚਾਰੀਏ। ਇੱਕ ਵਾਰੀ ਸਾਰੇ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਕਟੈ ਤਨ ਛਿਜੈ। ਹੁਣ ਗੁਰਮੁਖੋ ਜਿਹੜਾ ਮਨੁੱਖ ਆਪਣੇ ਜੀਵਨ ਨੂੰ ਹਮੇਸ਼ਾ ਵਾਸਤੇ ਰਹਿਣ ਵਾਲਾ ਮੰਨ ਕੇ ਬੈਠਾ ਹੋਇਆ ਨਾ, ਤੇ ਭਗਤ ਜੀ ਉਸ ਅਗਿਆਨਤਾ ਵਿੱਚ ਸੁੱਤੇ ਹੋਏ ਮਨੁੱਖ ਨੂੰ ਜੀਵਨ ਦੀ ਹਕੀਕਤ ਦੱਸ ਕੇ ਹਲੂਣਾ ਦੇ ਕੇ ਜਗਾਉਣਾ ਚਾਹੁੰਦੇ ਆ। ਭਗਤ ਜੀ ਕਹਿੰਦੇ ਦੇਖ ਮਨੁੱਖ, ਤੂੰ ਸਮੇਂ ਨੂੰ ਇਕਾਈਆਂ ਵਿੱਚ ਵੰਡਿਆ। ਹੁਣ ਸਮੇਂ ਨੂੰ ਅਸੀਂ ਵੰਡਿਆ ਹੋਇਆ ਨਾ, ਵੀ ਆ ਰਾਤ 4 ਪਹਿਰ ਦਿਨ ਦੇ, 4 ਪਹਿਰ ਰਾਤ ਦੇ, ਘੜੀਆਂ ਬਣਾ ਦਿੱਤੀਆਂ, ਪਲ ਬਣਾ ਦਿੱਤੇ, ਮਿੰਟ ਬਣਾ ਦਿੱਤੇ, ਸੈਕਿੰਡ ਬਣਾ ਦਿੱਤੇ। ਬਣਾਇਆ ਤੇ ਬੰਦੇ ਨਹੀਂ ਹੈ ਨਾ, ਇਹ ਸਮੇਂ ਨੂੰ ਵੰਡਿਆ ਗਿਆ। ਤਾਂ ਹੀ ਮੈਂ ਬੇਨਤੀ ਕਈ ਵਾਰ ਕਰਦਾ ਹੁੰਦਾ ਵੀ ਸਮਾਂ ਚੰਗਾ ਮਾੜਾ ਨਹੀਂ ਹੁੰਦਾ। ਇਹ ਤੇ ਅਸੀਂ ਚੰਗਾ ਮਾੜਾ ਮੰਨਦੇ ਹਾਂ, ਸਮਾਂ ਤੇ ਸਾਰੇ ਬਰਾਬਰ ਹੁੰਦਾ। ਭਾਈ ਇਸ ਸਮੇਂ ਨਾਲ ਤੇ ਇੱਕ ਸੰਸਾਰ ਦੀ ਇਹ ਚਾਲ ਚੱਲ ਰਹੀ ਹੈ। ਸਮੇਂ ਨਾਲ ਹੀ ਚੱਲਦੇ ਨਾ ਆਪਾਂ, ਵੀ ਇੰਨੇ ਵਜੇ ਉੱਠਾਂਗੇ, ਇੰਨੇ ਵਜੇ ਆਹ ਕੰਮ ਕਰਾਂਗੇ। ਬੰਦੇ ਨੇ ਸਮੇਂ ਨੂੰ ਇਕਾਈਆਂ ਵਿੱਚ ਵੰਡ ਲਿਆ। ਹੁਣ ਭਗਤ ਜੀ ਕਹਿੰਦੇ ਦਿਨ ਤੇ ਪਹਿਰ, ਦਿਨ ਚੜ੍ਹਦਾ। ਵੈਸੇ ਤਾਂ ਸਤਿਗੁਰੂ ਜੀ ਕਹਿੰਦੇ ਜਦੋਂ ਦਿਨ ਚੜ੍ਹਦਾ ਬੰਦੇ ਦੀ ਆਰਜਾ ਉਹਦੀ ਘਟ ਜਾਂਦੀ। ਹਰ ਰੋਜ਼ ਅਸੀਂ ਘਟ ਰਹੇ ਹਾਂ, ਹਰ ਰੋਜ਼ ਅਸੀਂ ਮੌਤ ਦੇ ਨੇੜੇ ਜਾ ਰਹੇ ਹਾਂ। ਆਉਦ ਘਟੈ ਦਿਨ ਸਰੈ ਨਾਰੇ, ਦਿਨ ਰਾਤ ਕਰਕੇ ਮਨੁੱਖ ਦੀ ਉਮਰ ਘਟ ਰਹੀ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਗੁਰ ਮਿਲ ਕਾਜ ਸਵਾਰੇ। ਕਹਿੰਦੇ ਗੁਰੂ ਦੀ ਸੰਗਤ ਵਿੱਚ ਜਾ, ਗੁਰੂ ਦੇ ਨਾਲ ਜੁੜ, ਇਹਦੇ ਨਾਲ ਹੀ ਤੇਰੇ ਜੀਵਨ ਦਾ ਜਿਹੜਾ ਮਕਸਦ ਹੈ ਨਾ ਜੀਵਨ ਦਾ, ਉਹ ਕਾਰਜ ਸਵਰੇਗਾ। ਪਰ ਮੈਂ ਕਈ ਵਾਰ ਤੁਹਾਡੇ ਨਾਲ ਇਹ ਨੁਕਤਾ ਸਾਂਝਾ ਕੀਤਾ ਹੈ, ਗੁਰਮੁਖੋ ਜਿਹੜਾ ਜੀਵਨ ਦਾ ਮਨੋਰਥ ਰੂਪੀ ਕਾਰਜ ਹੈ ਨਾ, ਇਹ ਖੁਦ ਸਾਨੂੰ ਆਪਣਾ ਆਪ ਸਵਾਰਨਾ ਪਏਗਾ। ਆਪਨ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਬਾਕੀ ਦੁਨਿਆਵੀ ਕਾਰਜ ਕੋਈ ਦੂਜਾ ਵੀ ਸਵਾਰ ਸਕਦਾ, ਪਰ ਜਿਹੜਾ ਸਾਡਾ ਜੀਵਨ ਦਾ ਮਨੋਰਥ ਰੂਪੀ ਕਾਰਜ ਹੈ ਨਾ, ਪਰਮਾਤਮਾ ਦੇ ਮਿਲਾਪ ਵਾਲਾ ਕਾਰਜ ਹੈ, ਇਹਦੇ ਲਈ ਸਾਨੂੰ ਖੁਦ ਨੂੰ ਉਦਮ ਕਰਨਾ ਪਏਗਾ। ਇਹ ਕੋਈ ਦੂਜਾ ਸਾਡੇ ਕਾਰਜ ਨੂੰ ਨੇਪਰੇ ਨਹੀਂ ਚਾੜ ਸਕਦਾ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ, ਭਗਤ ਜੀ ਕਹਿੰਦੇ ਦਿਨ ਤੇ ਪਹਿਰ, ਪਹਿਲਾਂ ਦਿਨ ਚੜ੍ਹਦਾ, ਦਿਨ ਤੋਂ ਬਾਅਦ ਅਸੀਂ ਪਹਿਰ ਮੰਨਦੇ ਹਾਂ ਵੀ 4 ਪਹਿਰ ਦਿਨ, 4 ਪਹਿਰ ਰਾਤ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਫਿਰ ਘੜੀਆਂ ਮੰਨੀਆਂ ਜਾਂਦੀਆਂ ਨੇ। ਭਗਤ ਜੀ ਕਹਿੰਦੇ ਇਸ ਸਮੇਂ ਨੂੰ ਤੂੰ ਜੇ ਵਿਚਾਰ ਕੇ ਵੇਖੇ ਨਾ, ਤਾਂ ਆਪ ਘਟੈ। ਆਪ ਦਾ ਅਰਥ ਹੁੰਦਾ ਉਮਰ, ਆਰਜੂ, ਆਜੂ ਕਹਿ ਲਈਏ ਆਪਾਂ। ਭਗਤ ਜੀ ਕਹਿੰਦੇ ਇਸ ਸਮੇਂ ਨੂੰ ਜੇ ਤੂੰ ਵਿਚਾਰ ਕੇ ਵੇਖੇ ਨਾ, ਤਾਂ ਤੈਨੂੰ ਸਮਝ ਪਏਗੀ ਵੀ ਇਸ ਸਮੇਂ ਦੇ ਨਾਲ ਤੇਰੀ ਉਮਰ ਰੋਜ਼ ਘਟ ਰਹੀ ਹੈ। ਇਸੇ ਨੂੰ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਥਾਂ ਥਾਂ 'ਤੇ ਜ਼ਿਕਰ ਕੀਤਾ ਹੈ ਕਿ ਇਹ ਮਨੁੱਖ ਜਿਉਂ-ਜਿਉਂ ਸਮਾਂ ਬਤੀਤ ਹੁੰਦਾ ਹੈ,
ਤਿਉਂ ਤੇਰੀ ਜ਼ਿੰਦਗੀ ਦਾ ਸਮਾਂ ਰੋਜ਼ ਘਟ ਰਿਹਾ। ਜੋ ਦਿਨ ਆਵੇ ਸੋ ਦਿਨ ਜਾਹੀ। ਭਾਵ ਭਗਤ ਜੀ ਕਹਿੰਦੇ ਜਿਹੜਾ ਸਮਾਂ ਮਨੁੱਖ ਦੇ ਜੀਵਨ ਵਿੱਚ ਆ ਰਿਹਾ ਤੇ ਨਾਲ ਦੀ ਨਾਲ ਉਹ ਦਿਨ ਲੰਘਦੇ ਵੀ ਜਾਂਦੇ। ਮੈਂ ਕਈ ਵਾਰ ਚੇਤੇ ਕਰਦਾ ਹੁੰਦਾ ਵੀ ਪਤਾ ਹੀ ਨਹੀਂ ਲੱਗਦਾ ਜ਼ਿੰਦਗੀ ਦਾ 30 ਸਾਲ ਦਾ ਸਮਾਂ ਕਦੋਂ ਲੰਘ ਗਿਆ। ਅੱਜ ਕੱਲ੍ਹ ਦੀਆਂ ਗੱਲਾਂ, ਬੰਦਾ ਕਹਿੰਦਾ 20 ਸਾਲ ਦਾ ਮੈਨੂੰ ਚੰਗੀ ਤਰ੍ਹਾਂ ਚੇਤੇ, ਪਤਾ ਹੀ ਨਹੀਂ 20 ਸਾਲ ਕਦੋਂ ਲੰਘ ਗਏ। ਵੈਸੇ ਅੱਜ ਤੇ ਉਹੀ ਬੰਦੇ ਦੀ ਉਮਰ ਘਟ ਗਈ। ਕਿੰਨੀਆਂ ਬਿਮਾਰੀਆਂ ਜਿਹੜੀਆਂ ਅੱਜ ਸਾਡੇ ਸਰੀਰ ਵਿੱਚ ਪੈਦਾ ਹੋ ਗਈਆਂ, ਜਾਂ ਸਾਡਾ ਸਿਸਟਮ ਵੀ ਇੱਦਾਂ ਦਾ ਹੋ ਗਿਆ ਵੀ ਜੇ ਬੰਦਾ ਬਿਮਾਰ ਹੋ ਗਿਆ ਤੇ ਬੰਦੇ ਦੇ ਬਚਣ ਦੀ ਆਸ ਵੀ ਕੋਈ ਨਹੀਂ। ਅੱਜ ਤੁਸੀਂ ਵੇਖ ਰਹੇ ਹੋ ਨਾ ਵੀ ਕੀ ਹਾਲਾਤ ਬਣੇ ਹੋਏ ਆ ਸਾਡੇ ਹੈਲਥ ਦੇ ਵਿੱਚ। ਚਲੋ ਇੱਧਰ ਆਪਾਂ ਬਹੁਤਾ ਨਾ ਜਾਈਏ। ਹੁਣ ਭਗਤ ਜੀ ਕਹਿੰਦੇ ਦਿਨ ਤੇ ਪਹਿਰ ਤੇ ਘਰੀਆਂ ਆਬ ਘਟੈ। ਆਬ ਦਾ ਅਰਥ ਉਮਰ ਘਟ ਰਹੀ ਹੈ। ਤਨ ਸੀਜੈ ਤੇ ਤਨ ਕਮਜ਼ੋਰ ਹੋ ਰਹੇ। ਇੱਥੇ ਸਾਨੂੰ ਮੰਨਣਾ ਪਏਗਾ ਨਾ ਵੀ ਜਿਹੜੀ ਕੋਮਲਤਾ ਬਚਪਨ ਵਿੱਚ ਉਹ ਜਵਾਨੀ ਵਿੱਚ ਨਹੀਂ। ਜਿਹੜੀ ਤਾਕਤ ਮਨੁੱਖ ਕੋਲ ਜਵਾਨੀ ਵਿੱਚ ਹੁੰਦੀ ਹੈ ਤੇ ਬੁਢੇਪੇ ਵੇਲੇ ਜਾ ਕੇ ਮਨੁੱਖ ਵਿੱਚ ਉਹ ਤਾਕਤ ਨਹੀਂ ਰਹਿੰਦੀ। ਇਸੇ ਨੂੰ ਭਗਤ ਜੀ ਨੇ ਆਖਿਆ ਨੈਣੋ ਨੀਰ ਵਹਿ ਤਨਖੀਨਾ ਭਏ ਕੇਸ ਦੁੱਧਵਾਨੀ ਰੋਧਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੇ ਵਰਾਨੀ। ਜਦੋਂ ਜਵਾਨੀ ਸੀ ਬੰਦੇ ਕੋਲ ਕਿੰਨੀ ਤਾਕਤ ਸੀ, ਪਰ ਭਗਤ ਜੀ ਕਹਿੰਦੇ ਹੁਣ ਇੱਦਾਂ ਦਾ ਸਮਾਂ ਆ ਗਿਆ ਕਿ ਇਹਦੇ ਸਰੀਰ ਦੇ ਅੰਗਾਂ ਵਿੱਚ ਇੰਨੀ ਵੀ ਤਾਕਤ ਨਹੀਂ ਰਹੀ ਵੀ ਆਪਣੇ ਨੇੜੇ ਪਏ ਹੋਏ ਭੋਜਨ ਨੂੰ ਚੱਕ ਕੇ ਆਪਣੇ ਮੂੰਹ ਵਿੱਚ ਪਾ ਲੈ। ਭਗਤ ਜੀ ਨੇ ਆਖਿਆ ਨਾ ਆਜ ਫਰੀਦਾ ਕੂਜੜਾ ਸਹਿ ਕੋਹਾਂ ਥੇ ਓਮ। ਤੇ ਅਸੀਂ ਬਜ਼ੁਰਗ ਨੂੰ ਪ੍ਰਸ਼ਾਦਾ ਪਾਣੀ ਕਿਤੇ ਰੱਖ ਦਈਏ ਤੇ ਅਸੀਂ ਕਹਿੰਦੇ ਬਾਪੂ ਚੱਕ ਕੇ ਖਾ ਲਈ, ਤੇ ਉਹ ਫਿਰ ਆਵਾਜ਼ਾਂ ਮਾਰਦਾ ਪੁੱਤਰ ਮੈਨੂੰ ਆ ਕੇ ਫੜਾ ਦਿਓ। ਕਹਿੰਦੇ ਚੁੱਕੀ ਨਹੀਂ ਜਾਂਦੀ। ਕਹਿੰਦਾ ਪੁੱਤਰ ਕੋਈ ਸਮਾਂ ਸੀ ਜਦੋਂ ਮੇਰੇ ਕੋਲ ਜਵਾਨੀ ਸੀ, ਤਾਕਤ ਸੀ, ਤੇ ਮੈਂ ਦੂਰ ਦਰਾਂਡੇ ਵਿੱਚ ਚੱਲ ਕੇ ਚਲਿਆ ਜਾਂਦਾ ਸਾਂ। ਵੱਡੀ ਵੱਡੀ ਤਾਕਤਾਂ ਦੇ ਨਾਲ ਮੈਂ ਮੱਥਾ ਲਾ ਦਿੰਦਾ ਸੀ, ਪਰ ਅੱਜ ਮੇਰੇ ਤਨ ਦੇ ਅੰਗਾਂ ਨੇ ਮੇਰਾ ਸਾਥ ਨਹੀਂ ਦਿੱਤਾ। ਮੇਰੇ ਤਨ ਦੇ ਅੰਗ ਵੀ ਜਵਾਬ ਦੇ ਗਏ। ਹੁਣ ਮੈਨੂੰ ਨੇੜੇ ਪਈ ਹੋਈ ਵਸਤੂ ਵੀ ਐਂ ਲੱਗਦੀ ਹੈ ਜਿਵੇਂ 100 ਕੋਹ 'ਤੇ ਹੋਵੇ। ਆਪਾਂ ਵੇਖਦੇ ਨਾ ਵੀ ਇੱਕ ਬਜ਼ੁਰਗ ਬੰਦੇ ਨੇ ਸੜਕ ਪਾਰ ਕਰਨੀ ਹੈ, ਕਿੰਨਾ ਸਮਾਂ ਲਾ ਤੇ ਬੰਦਾ ਨੌਜਵਾਨ ਭੱਜ ਕੇ ਲੰਘ ਜਾਂਦਾ। ਬੰਦੇ ਨੂੰ ਐਂ ਲੱਗਦਾ ਵੀ ਸ਼ਾਇਦ ਐਵੇਂ ਕਰ ਰਿਹਾ। ਪਰ ਮੈਂ ਤੇ ਕਈ ਵਾਰ ਬੇਨਤੀ ਕਰਦਾ ਹੁੰਦਾ ਗੁਰਮੁਖੋ, ਅੱਜ ਜੇ ਤੁਸੀਂ ਬਜ਼ੁਰਗਾਂ ਦੀ ਸੰਭਾਲ ਨਹੀਂ ਕਰੋਗੇ ਨਾ ਤਾਂ ਆਉਣ ਵਾਲਾ ਸਮਾਂ ਤੁਹਾਨੂੰ ਵੀ ਜਵਾਬ ਦੇਵੇਗਾ। ਹਾਲਾਂਕਿ ਮੇਰਾ ਵਿਸ਼ਾ ਨਹੀਂ, ਮੈਂ ਬੜੇ ਵਾਰੀ ਇਸ ਵਿਸ਼ੇ 'ਤੇ ਬੇਨਤੀ ਕੀਤੀ ਹੈ ਕਿਉਂਕਿ ਸਾਡੇ ਬਜ਼ੁਰਗਾਂ ਦੀ ਹਾਲਾਤ ਬਹੁਤ ਮਾੜੇ ਬਣੇ ਹੋਏ ਆ ਸਮਾਜ ਦੇ ਵਿੱਚ। ਕਿੰਨਾ ਕੁਝ ਸਾਡੇ ਸਾਹਮਣੇ ਆ ਰਿਹਾ। ਵੈਸੇ ਮੈਂ ਸਮਾਪਤੀ ਵੱਲ ਚੱਲਾਂ, ਸਮਾਂ ਨੇੜੇ ਹੋ ਗਿਆ। ਭਗਤ ਜੀ ਕਹਿੰਦੇ ਦਿਨ ਤੇ ਪਹਿਰ ਤੇ ਘਰੀਆਂ ਆਬ ਕਟੈ ਤਨ ਸੀਜੈ। ਕਹਿੰਦੇ ਭਾਈ ਜਿਉਂ-ਜਿਉਂ ਸਮਾਂ ਤੇਰੀ ਜ਼ਿੰਦਗੀ ਵਿੱਚੋਂ ਲੰਘ ਰਿਹਾ ਤਿਉਂ-ਤਿਉਂ ਤੇਰੀ ਉਮਰ ਘਟ ਰਹੀ ਹੈ ਤੇ ਤੇਰਾ ਤਨ ਕਮਜ਼ੋਰ ਹੋ ਰਿਹਾ ਹੈ। ਤੇ ਭਗਤ ਜੀ ਕਹਿੰਦੇ ਤੂੰ ਹਰ ਰੋਜ਼ ਕਾਲ ਦੇ ਨੇੜੇ ਜਾਂਦਾ ਪਿਆ ਹੈ। ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਬਨ ਬਿਦ ਕੀਜੈ। ਹੁਣ ਭਗਤ ਜੀ ਕਹਿੰਦੇ ਜਿਸ ਤਰ੍ਹਾਂ ਇੱਕ ਸ਼ਿਕਾਰੀ ਜਿਹਨੇ ਸ਼ਿਕਾਰ ਨੂੰ ਫੜਨਾ ਹੋਵੇ ਉਹ ਮਗਰ ਪਿਆ ਹੁੰਦਾ ਨਾ ਵੀ ਕਦੋਂ ਮੇਰਾ ਦਾ ਲੱਗੇ, ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਕਾਲ ਤੇਰੇ ਪਿੱਛੇ ਹੈ, ਮੌਤ ਤੇਰੇ ਨਾਲ ਹੀ ਹੈ, ਤੇਰੇ ਮਗਰ ਹੀ ਹੈ ਨਾ। ਬੰਦਾ ਕਈ ਵਾਰ ਸੋਚਦਾ ਨਾ, ਕਈ ਵਾਰ ਬੰਦੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੁੰਦਾ ਜਿੱਥੇ ਜਾ ਕੇ ਮਨੁੱਖ ਦੀ ਮੌਤ ਹੁੰਦਾ ਨਾ। ਬੰਦਾ ਕਿਤੇ ਦੂਰ ਦਰਾਡੇ ਚਲਿਆ ਗਿਆ, ਸੁਪਨੇ ਵਿੱਚ ਵੀ ਕਦੇ ਸੋਚਿਆ ਨਹੀਂ ਸੀ, ਪਰ ਉੱਥੇ ਜਾ ਕੇ ਬੰਦੇ ਦੀ ਡੈਥ ਹੋ ਜਾਂਦੀ ਹੈ। ਤਾਂ ਹੀ ਸਤਿਗੁਰੂ ਜੀ ਕਹਿੰਦੇ ਕਿਆ ਜਾਣਾ ਕਿਵ ਮਰੇਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਭਾਈ ਸਾਨੂੰ ਨਹੀਂ ਪਤਾ ਸਾਡੀ ਮੌਤ ਕਦੋਂ ਤੇ ਕਿਹੜੇ ਤਰੀਕੇ ਨਾਲ ਤੇ ਕਿੱਥੇ ਹੋਏ। ਆਪਾਂ ਵੇਖਦੇ ਜਿਹੜਾ ਬੰਦਾ ਪਾਣੀ ਤੋਂ ਡਰਦਾ ਹੋਵੇ, ਹੋ ਸਕਦਾ ਉਹਦੀ ਮੌਤ ਪਾਣੀ ਵਿੱਚ ਡੁੱਬ ਕੇ ਹੋਵੇ। ਜਿਹੜਾ ਬੰਦਾ ਬਿਜਲੀ ਤੋਂ ਡਰਦਾ ਹੋਵੇ ਵੀ ਕਦੇ ਬੱਲਬ ਨਹੀਂ ਸੀ ਲਾਇਆ ਤੇ ਇਹੋ ਜਿਹਾ ਸਮਾਂ ਆ ਜਾਂਦਾ ਵੀ ਕਰੰਟ ਲੱਗ ਕੇ ਉਹਦੀ ਮੌਤ ਹੁੰਦੀ ਹੈ। ਕਿਉਂਕਿ ਸੱਚੇ ਪਾਤਸ਼ਾਹ ਜੀ ਕਹਿੰਦੇ ਮੌਤ ਦਾ ਕਾਰਨ ਬਣਾਉਣ ਵਾਲਾ ਵੀ ਪ੍ਰਮਾਤਮਾ ਆਪ ਹੈ। ਸਾਰੇ ਇੱਕ ਤਰੀਕੇ ਨਾਲ ਨਹੀਂ ਮਰਦੇ, ਹਰ ਇੱਕ ਬੰਦੇ ਦੀ ਮੌਤ ਵੱਖੋ ਵੱਖਰੇ ਤਰੀਕੇ ਨਾਲ ਹੁੰਦੀ ਹੈ, ਪਰ ਮੌਤ ਦਾ ਤਰੀਕਾ ਵਿਧੀ ਵਿਧਾਨ ਬਣਾਉਣ ਵਾਲਾ ਵੀ ਪ੍ਰਮਾਤਮਾ ਹੈ। ਤਾਂ ਕਰਕੇ ਭਗਤ ਜੀ ਕਹਿੰਦੇ ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਬਨ ਬਿਦ ਕੀਜੈ। ਭਗਤ ਜੀ ਕਹਿੰਦੇ ਇਸ ਮੌਤ ਤੋਂ ਬਚੇਗਾ ਕਿਵੇਂ, ਇਹ ਕਾਲ ਤਾਂ ਤੇਰੇ ਬਹੁਤ ਨੇੜੇ ਆਉਂਦਾ ਪਿਆ ਹੈ। ਸੋ ਦਿਨ ਆਵਣ ਲਾਗਾ ਮਾਤ ਪਿਤਾ ਭਾਈ ਸੁਤ ਬੰਤਾ ਕਹੋ ਕਉ ਹੈ ਕਾਕਾ। ਹੁਣ ਭਗਤ ਜੀ ਰਹਾਉ ਵਾਲੇ ਬੰਦ ਵਿੱਚ ਮਨੁੱਖ ਨੂੰ ਸਮਝਾਉਂਦੇ ਹੋਏ ਇੱਕ ਗੱਲ ਕਹਿੰਦੇ, ਐ ਮਨੁੱਖ ਇਹ ਦਿਨ ਸਾਰਿਆਂ ਦੇ ਜੀਵਨ ਵਿੱਚ ਆਏਗਾ। ਮੈਂ ਬੜੀ ਵਾਰੀ ਬੇਨਤੀ ਕਰਦਾ ਹੁੰਦਾ ਗੁਰਮੁਖੋ, ਜਦੋਂ ਕਿਸੇ ਮ੍ਰਿਤਕ ਸੰਸਕਾਰ 'ਤੇ ਜਾ ਕੇ ਬੋਲਣ ਦਾ ਸਮਾਂ ਮਿਲਦਾ ਤੇ ਉਸ ਵੇਲੇ ਇੱਕ ਇਹ ਵੀ ਗੱਲ ਕਰੀਦੀ ਹੈ ਵੀ ਅੱਜ ਜੇ ਕਿਸੇ
ਕਿਸੇ ਦੀ ਅੰਤਮ ਅਰਦਾਸ ਵਿੱਚ ਅਸੀਂ ਸ਼ਾਮਲ ਹੋਏ ਹਾਂ, ਕਿਸੇ ਦੇ ਸ਼ਰਧਾਂਜਲੀ ਸਮਾਗਮ ਵਿੱਚ ਅਸੀਂ ਸ਼ਾਮਲ ਹੋਏ ਹਾਂ। ਕੋਈ ਸਮਾਂ ਇੱਦਾਂ ਦਾ ਆਏਗਾ ਅਰਦਾਸ ਸਾਡੀ ਵੀ ਹੋਏਗੀ ਪਰ ਅਸੀਂ ਸ਼ਾਮਲ ਨਹੀਂ ਹੋਵਾਂਗੇ। ਕਈ ਵਾਰ ਘਰੇ ਗੱਲਾਂ ਕਰਦੇ, ਮੈਂ ਗੱਲ ਕਹਿੰਦੇ ਨਹੀਂ ਨਹੀਂ ਜੀ ਐਂ ਥੋੜ੍ਹੀ ਮਰਾਂਗੇ। ਮੈਂ ਕਿਹਾ ਨਹੀਂ, ਮੌਤ ਨੂੰ ਚੇਤੇ ਰੱਖਣਾ ਚਾਹੀਦਾ। ਜੇ ਅਸੀਂ ਮੌਤ ਦੀ ਗੱਲ ਕਰਦੇ ਤਾਂ ਅਸੀਂ ਮੌਤ ਨੂੰ ਕਿਵੇਂ ਭੁਲਾ ਸਕਦੇ ਹਾਂ, ਕਿਵੇਂ ਅਸੀਂ? ਵੈਸੇ ਤਾਂ ਸਤਿਗੁਰੂ ਜੀ ਨੇ ਜ਼ਿਕਰ ਹੀ ਕਰ ਦਿੱਤਾ ਵੀ ਕੋਈ ਬੰਦਾ ਮੌਤ ਤੋਂ ਬਚ ਹੀ ਨਹੀਂ ਸਕੇ, ਭਾਵੇਂ ਜਿੰਨਾ ਮਰਜ਼ੀ ਯਤਨ ਕਰੇ, ਭਾਵੇਂ ਜਿੰਨੇ ਮਰਜ਼ੀ ਹੀਲੇ ਵਸੀਲੇ ਕਰ ਲੇ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਦਿਨ ਕਾਲ ਦੀ ਫਾਹੀ ਤੇ ਬੰਦੇ ਦੀ ਗੱਲ ਵਿੱਚ ਆ ਕੇ ਪਈ ਜਾਣੀ। ਤਾਂ ਕਰਕੇ ਭਗਤ ਜੀ ਕਹਿੰਦੇ 100 ਦਿਨ ਆਵਨ ਲਾਗਾ, ਭਾਵ ਉਹ ਦਿਨ, ਉਹ ਸਮਾਂ ਤੇਰਾ ਨੇੜੇ ਆਉਂਦਾ ਪਿਆ। ਤੇ ਜਦੋਂ ਭਗਤ ਜੀ ਕਹਿੰਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਤੇਰਾ ਸਾਥ ਨਹੀਂ ਦੇਣਾ, ਭਾਵ ਕੋਈ ਵੀ ਸੰਸਾਰ ਦਾ ਰਿਸ਼ਤਾ ਨਾਤਾ ਜਿਹੜਾ ਹੈ ਤੈਨੂੰ ਮੌਤ ਤੋਂ ਨਹੀਂ ਬਚਾ ਸਕੇਗਾ। ਜਬ ਲਗ ਜੋਤ ਕਾਇਆ ਮਹਿ ਬਰਤੈ, ਆਪਾ ਪਸ਼ੂ ਨਾ ਬੁਝੈ। ਹੁਣ ਭਗਤ ਜੀ ਰਾਹੋ ਵਾਲੇ ਬੰਦ ਵਿੱਚ ਕਹਿੰਦੇ ਮਾਤ ਪਿਤਾ ਭਾਈ ਸੁਤ ਬਨਤਾ, ਕਹੋ ਕੋ ਹੈ ਕਾਕਾ। ਦੱਸੋ ਭਾਈ ਕੌਣ ਕਿਸੇ ਦਾ, ਕੌਣ ਕਿਸੇ ਦੀ ਮਦਦ ਕਰ ਸਕਦਾ? ਭਾਵ ਮੌਤ ਤੋਂ ਕੋਈ ਨਹੀਂ ਬਚਾ ਸਕਦਾ। ਤਾਂ ਹੀ ਤੇ ਭਗਤ ਬਾਬਾ ਫਰੀਦ ਜੀ ਕਹਿੰਦੇ ਐ, ਫਰੀਦਾ ਦਰਿਆਵੈ ਕੰਨੈ ਬਗਲਾ, ਬੈਠਾ ਕੇਲ ਕਰੇ, ਕੇਲ ਕਰਿੰਦੇ ਹੰਝ ਨੂੰ, ਅਚਿੰਤੇ ਬਾਜ ਪਏ ਤਿਸ ਰੱਬ ਦੇ, ਕੇਲਾਂ ਬਿਸਰੀਆਂ ਜੋ ਮਨ ਚੇਤਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ, ਸਾਢੇ ਤ੍ਰੈ ਮਨ ਦਿਓਹਰੀ, ਚੱਲੈ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ, ਬਤ ਅਸੂਨੀ ਬਨ, ਮਲਕਲ ਮੌਤ ਜਾ ਆਵਸੀ, ਸਭ ਦਰਵਾਜੇ ਭੰਨ। ਅੱਗੇ ਭਗਤ ਜੀ ਕਹਿੰਦੇ ਤਿੰਨਾਂ ਪਿਆਰੇ ਭਾਈਆਂ ਅੱਗੇ ਦਿੱਤਾ ਬਨ। ਕਹਿੰਦੇ ਜਿਹੜੇ ਘਰ ਦੇ ਰਿਸ਼ਤੇ ਨਾਤੇ ਹੈ, ਜਿਨ੍ਹਾਂ ਦੇ ਮੋਹ ਵਿੱਚ ਪੈ ਕੇ ਤੂੰ ਮਾਲਕ ਪਰਮਾਤਮਾ ਨੂੰ ਭੁਲਾ ਕੇ ਬੈਠਾ ਹੈ ਨਾ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਵਿੱਚੋਂ ਕਿਸੇ ਇੱਕ ਨੇ ਵੀ ਤੈਨੂੰ ਮੌਤ ਤੋਂ ਨਹੀਂ ਬਚਾਉਣਾ, ਸਗੋਂ ਇਹਨਾਂ ਨੇ ਵੀ ਤੈਨੂੰ ਮੌਤ ਦੇ ਅੱਗੇ ਬੰਨ੍ਹ ਕੇ ਅੱਗੇ ਲਾ ਦੇਣਾ। ਭਾਵ ਇਹਨਾਂ ਦਾ ਯਤਨ ਵੀ ਸਫਲ ਨਹੀਂ ਹੋਣਾ ਵੀ ਤੈਨੂੰ ਮੌਤ ਤੋਂ ਬਚਾ ਸਕਣ। ਤਾਂ ਕਰਕੇ ਸਤਿਗੁਰੂ ਜੀ ਨੇ ਆਖਿਆ ਮਾਤ ਪਿਤਾ ਭਾਈ ਸੁਤ ਬਨਤਾ, ਮਾਂ ਬਾਪ ਨੇੜੇ ਦੇ ਰਿਸ਼ਤੇ ਮੰਨੇ ਗਏ ਹੈ। ਭਾਈ ਸੁਤ ਦਾ ਅਰਥ ਹੁੰਦਾ ਪੁੱਤਰ, ਬਣਤਾ ਦਾ ਅਰਥ ਹੁੰਦਾ ਇਸਤਰੀ। ਪਰ ਸਤਿਗੁਰੂ ਜੀ ਕਹਿੰਦੇ ਕਹੋ ਕੋ ਹੈ ਕਾਕਾ, ਦੱਸੋ ਇਹਨਾਂ ਵਿੱਚੋਂ ਕਿਹੜਾ ਜਿਹੜਾ ਮਨੁੱਖ ਨੂੰ ਮੌਤ ਦੀ ਫਾਹੀ ਤੋਂ ਬਚਾ ਸਕੇ, ਕਿਉਂਕਿ ਸਤਿਗੁਰੂ ਜੀ ਕਹਿੰਦੇ ਮੌਤ ਉਹਨਾਂ ਦੀ ਵੀ ਹੋਏਗੀ। ਤਾਂ ਦੇਖੋ ਇਹਦਾ ਭਾਵ ਇਹ ਨਹੀਂ ਵੀ ਅਸੀਂ ਸੰਸਾਰਕ ਰਿਸ਼ਤੇ ਨਾਤਿਆਂ ਤੋਂ ਦੂਰੀ ਬਣਾ ਲੈਣੀ। ਮੈਂ ਬੜੀ ਵਾਰੀ ਬੇਨਤੀ ਕੀਤੀ ਹੈ, ਸ਼ਾਇਦ ਤੁਹਾਨੂੰ ਚੇਤੇ ਹੋਏਗਾ ਵੀ ਸੰਸਾਰ ਦੇ ਰਿਸ਼ਤੇ ਨਾਤੇ ਸਾਰੇ ਚੰਗੇ ਹੈ, ਪਰ ਜੇ ਉਹਨਾਂ ਰਿਸ਼ਤੇ ਨਾਤਿਆਂ ਦੀ ਅਹਿਮੀਅਤ ਨੂੰ ਸਮਝਦੇ ਹੋਏ ਉਹਨਾਂ ਰਿਸ਼ਤੇ ਨਾਤਿਆਂ ਨੂੰ ਅਸੀਂ ਸਹੀ ਤਰੀਕੇ ਨਾਲ ਨਿਭਾ ਸਕੀਏ, ਇੱਕ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰੀਏ। ਨਹੀਂ ਤੇ ਅੱਜ ਵੇਖਦੇ ਨਾ ਵੀ ਸੰਸਾਰ ਵਿੱਚ ਰਿਸ਼ਤੇ ਨਾਤੇ ਕਿੱਦਾਂ ਟੁੱਟ ਰਹੇ, ਅੱਜ ਕਿਵੇਂ ਰਿਸ਼ਤੇ ਨਾਤੇ ਸਵਾਰਥ ਤੇ ਖੜੇ ਹੋਏ ਹੈ। ਤਾਂ ਹੀ ਸਤਿਗੁਰੂ ਜੀ ਨੇ ਆਖਿਆ ਸੀ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ, ਬਿਵਤ ਪਲੀ ਸਭ ਹੀ ਸੰਗ ਸਾਡਤ, ਕੋ ਨ ਆਵਤ ਨੇਰੈ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਪਿਆਰ ਦਾ ਉਦੋਂ ਹੀ ਪਤਾ ਲੱਗਿਆ, ਉਦੋਂ ਹੀ ਹਕੀਕਤ ਸਾਹਮਣੇ ਆ ਗਈ, ਜਬ ਹੀ ਹੰਸ ਤਜੀ ਇਹ ਕਾਇਆ। ਜਦੋਂ ਜੀਵ ਰੂਪੀ ਹੰਸ ਨੇ ਇਸ ਕਾਇਆ ਨੂੰ, ਇਸ ਸਰੀਰ ਨੂੰ ਛੱਡ ਦਿੱਤਾ, ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਘਰ ਵਾਲੀ ਦਾ ਸੱਚਾ ਜਾਂ ਝੂਠਾ ਪਿਆਰ ਉਹ ਵੀ ਸਾਹਮਣੇ ਆ ਗਿਆ। ਪ੍ਰੇਤ ਘਰ ਭਾਗੀ। ਵੈਸੇ ਪ੍ਰੇਤ ਦਾ ਅਰਥ ਹੁੰਦਾ ਗੁਜ਼ਰ ਚੁੱਕਿਆ। ਪ੍ਰੇਤ ਦਾ ਅਰਥ ਆਪਾਂ ਭੂਤ ਪ੍ਰੇਤ ਵਾਲਾ ਅਰਥ ਨਹੀਂ ਲੈਣੇ ਕਿਤੇ। ਤੁਸੀਂ ਕਦੇ ਭਾਈ ਸਾਹਿਬ ਕਹਿੰਦੇ ਵੀ ਪ੍ਰੇਤ ਘਰ ਭਾਗੀ, ਭਾਵ ਉਸ ਵੇਲੇ ਉਹ ਵੀ ਕਹਿੰਦੀ ਇਹ ਗੁਜ਼ਰ ਚੁੱਕਿਆ, ਇਹ ਮਰ ਗਿਆ, ਤੇ ਹੁਣ ਜਲਦੀ ਨਾਲ ਕਰੋ ਇਹਨੂੰ ਸ਼ਮਸ਼ਾਨ ਭੂਮੀ ਵਿੱਚ ਲੈ ਚਲੋ। ਤੇ ਹਕੀਕਤ ਹੈ ਗੁਰਮੁਖੋ, ਕਈ ਵਾਰੀ ਤੇ ਰਿਸ਼ਤੇ ਨਾਤੇ ਵਾਲਿਆਂ ਨੂੰ ਨਹੀਂ ਡਿੱਕਿਆ ਜਾਂਦਾ, ਚੱਕ ਕੇ ਸ਼ਮਸ਼ਾਨ ਭੂਮੀ ਵਿੱਚ ਰੱਖ ਦਿੱਤਾ ਜਾਂਦਾ। ਤੁਸੀਂ ਵੇਖਿਆ ਨਾ ਕਰੋਨਾ ਦੇ ਟਾਈਮ ਦੇ ਵਿੱਚ, ਕੋਵਿਡ ਦੇ ਵਿੱਚ ਸਾਰੇ ਰਿਸ਼ਤੇ ਨਾਤਿਆਂ ਦੀ ਹਕੀਕਤ ਸਾਹਮਣੇ ਆ ਗਈ। ਪਿੱਛੇ ਜਿਹੇ ਇੱਕ ਵੀਡੀਓ ਆਈ ਸੀ, ਇੱਕ ਬੀਬੀ ਜਿਹੜੀ ਹੈ ਨਾ ਆਪਣੇ ਪਤੀ ਨੂੰ ਹਸਪਤਾਲ ਵਿੱਚ ਲੈ ਕੇ ਗਈ। ਪਤਾ ਨਹੀਂ ਵੀ ਕਰੋਨਾ ਹੋਇਆ ਜਾਂ ਨਾ ਹੋਇਆ, ਤੇ ਹੁਣ ਸਰਕਾਰ ਹੀ ਜਾਣਦੀ ਹੈ ਜਾਂ ਡਾਕਟਰ ਹੀ ਜਾਣਦੇ, ਆਪਾਂ ਤੇ ਕਹਿ ਨਹੀਂ ਸਕਦੇ। ਚਲੋ ਆਪਾਂ ਇਹ ਵੀ ਨਹੀਂ ਕਹਿੰਦੇ ਵੀ ਬਿਮਾਰੀ ਹੈ ਨਹੀਂ ਹੈ। ਕਈ ਵਾਰ ਹੁੰਦਾ ਨਾ ਵੀ ਗੁਰਦੁਆਰਿਆਂ ਵਿੱਚੋਂ ਤੇ ਗਲਤ ਪ੍ਰਚਾਰ ਕੀਤਾ ਜਾ ਰਿਹਾ। ਚੰਗੀ ਗੱਲ ਹੈ ਭਾਈ, ਤੁਸੀਂ ਹਦਾਇਤਾਂ ਮੰਨੋ, ਧਿਆਨ ਰੱਖੋ, ਆਪਣੇ ਪਰਿਵਾਰਾਂ ਨੂੰ ਬਚਾਉਣ ਵਾਸਤੇ ਸਾਰੇ ਜਿਹੜੇ ਹੈ ਸਰਕਾਰ ਦੀਆਂ ਜਿਹੜੀਆਂ ਗਾਈਡਲਾਈਨਾਂ ਨੇ ਉਹਨਾਂ ਨੂੰ ਮੰਨਣਾ ਵੀ ਚਾਹੀਦਾ। ਤੇ ਉਹ ਵਿਚਾਰੀ ਪਹਿਲਾਂ ਹਸਪਤਾਲ ਵਿੱਚ ਲੈ ਕੇ ਗਈ, ਤੇ ਉੱਥੇ ਉਹਦਾ ਚੰਗੇ ਤਰੀਕੇ ਨਾਲ ਇਲਾਜ ਨਹੀਂ ਹੋਇਆ, ਤੇ ਚਲੋ ਚੜ੍ਹਾਈ ਕਰ ਗਿਆ, ਮੌਤ ਹੋ ਗਈ।
ਉਸ ਤੋਂ ਬਾਅਦ ਹੁਣ ਉਹਨੇ ਆਪਣੇ ਰਿਸ਼ਤੇ ਨਾਤੇ ਵਾਲਿਆਂ ਨੂੰ ਦੱਸਿਆ ਤੇ ਹੋਏਗਾ ਹੀ ਫੋਨ ਕਰਕੇ। ਜਦੋਂ ਸਾਡਾ ਕੋਈ ਬਿਮਾਰ ਹੋਵੇ, ਹਸਪਤਾਲ ਵਿੱਚ ਦਾਖਲ ਹੋਵੇ, ਤੇ ਰਿਸ਼ਤੇ ਨਾਤੇ ਵਾਲਿਆਂ ਨੂੰ ਅਸੀਂ ਦੱਸਦੇ ਤੇ ਹੈਗੇ ਭਾਈ ਆਹ ਗੱਲ ਹੋ ਗਈ। ਉਹ ਵਿਚਾਰੀ ਜਿਹੜੀ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਤੇ ਉਹਦੀ ਡੈੱਡ ਬੋਡੀ ਨੂੰ ਕੱਲੀ ਲੈ ਕੇ ਗਈ ਤੇ ਨਾਲ ਹਸਪਤਾਲ ਵਾਲੇ ਹੈ ਤੇ ਵਿਚਾਰੀ ਰੋ ਲਈ ਹੈ, ਕੁਰਲਾ ਰਹੀ ਹੈ। ਇੱਕ ਵੀ ਰਿਸ਼ਤੇਦਾਰ ਨਹੀਂ ਆਇਆ ਉੱਥੇ। ਹਕੀਕਤ ਆ ਗਈ ਨਾ ਸਾਹਮਣੇ, ਜਿਹੜੀ ਗੱਲ ਸਤਿਗੁਰੂ ਜੀ ਨੇ ਬਾਣੀ ਵਿੱਚ ਕਹੀ ਹੈ, ਸੁੱਖ ਮੈਂ ਆਨ ਬਹੁਤ ਮਿਲ ਬੈਠਤ। ਭਾਵ ਜਦੋਂ ਤੁਹਾਡੇ ਕੋਲ ਸੁੱਖ ਨੇ, ਤੁਹਾਡੀ ਚੜ੍ਹਦੀ ਕਲਾ ਹੈ, ਤੁਹਾਡਾ ਕਾਰੋਬਾਰ ਚੰਗਾ ਹੈ, ਚਾਰ ਪੈਸੇ ਨੇ ਬੰਦੇ ਕੋਲ, ਉਸ ਵੇਲੇ ਦੂਰ ਦੇ ਰਿਸ਼ਤੇ ਨਾਤੇ ਵੀ ਨੇੜੇ ਹੋ ਜਾਂਦੇ। ਭਾਵੇਂ ਨਾ ਹੀ ਜਾਣਦਾ ਹੋਵੇ ਬੰਦਾ, ਦੂਰੋਂ ਹੀ ਹੱਥ ਮਿਲਾਉਂਦਾ, ਸਤਿ ਸ੍ਰੀ ਅਕਾਲ ਬੁਲਾ ਦਿੰਦਾ। ਬੰਦਾ ਕਹਿੰਦਾ ਵੀ ਬੜੇ ਲੋਕ ਮੈਨੂੰ ਪਿਆਰ ਕਰਦੇ। ਉਹ ਭਾਈ ਪਿਆਰ ਤੈਨੂੰ ਨਹੀਂ ਕਰਦੇ, ਪਿਆਰ ਤੇਰੇ ਸੁੱਖਾਂ ਨੂੰ, ਤੇਰੀ ਮਾਇਆ ਨੂੰ ਕਰਦੇ। ਬੰਦਾ ਕਹਿੰਦਾ ਕਦੇ ਚਾਰ ਸਿਲੜ ਮੰਗਣੀ ਪੈ ਜਾਣਗੇ, ਕੰਮ ਹੀ ਆ ਜਾਏਗਾ। ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰਿਆ। ਭਾਵ ਸਾਰੇ ਪਾਸਿਆਂ ਤੋਂ ਘੇਰਾ ਪਾ ਕੇ ਰੱਖਦੇ ਆ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਪਿਆਰ ਦਾ ਉਹਦੇ ਪਤਾ ਲੱਗਦਾ ਹੈ, ਬਿਪਤ ਪਰੀ ਸਭ ਹੀ ਸੰਗ ਸਾਡਤ। ਕੋਈ ਵੀ ਬਿਪਤਾ ਪੈ ਜਾਏ, ਮਰਨ ਦੀ ਗੱਲ ਤੇ ਛੱਡੋ, ਜਿਉਂਦੇ ਜੀ ਕੋਈ ਬਿਪਤਾ ਕਠਿਨਾਈ ਮਨੁੱਖ ਦੇ ਜੀਵਨ ਤੇ ਆ ਜਾਏ, ਕੋਈ ਸਮੱਸਿਆ ਮਨੁੱਖ ਦੇ ਜੀਵਨ ਵਿੱਚ ਆ ਜਾਏ, ਸੱਚੇ ਪਾਤਸ਼ਾਹ ਜੀ ਕਹਿੰਦੇ ਕੋ ਨਾ ਆਵਤ ਨੇਰੇ। ਉਦੋਂ ਇਹਨਾਂ ਰਿਸ਼ਤੇ ਨਾਤਿਆਂ ਵਿੱਚੋਂ, ਇਹਨਾਂ ਪਿਆਰੇ ਸਾਕ ਸੰਬੰਧੀਆਂ ਵਿੱਚੋਂ ਮਨੁੱਖ ਦੇ ਨੇੜੇ ਕੋਈ ਨਹੀਂ ਢੁਕਦਾ। ਸਾਰੇ ਮਨੁੱਖ ਦਾ ਸਾਥ ਛੱਡ ਦਿੰਦੇ ਹੈ। ਤਾਂ ਹੀ ਸਤਿਗੁਰੂ ਜੀ ਨੇ ਬਾਣੀ ਵਿੱਚ ਆਖਿਆ, ਜਿਚਰ ਪਹਿਨਣ ਖਾਵਣੇ ਤਿਚਰ ਰੱਖਣ ਗੰਢ। ਕਹਿੰਦੇ ਤੈਨੂੰ ਲੱਗਦਾ ਵੀ ਸੰਸਾਰ ਦਾ ਪਿਆਰ ਸੱਚ ਹੈ, ਇਹ ਲੋਕ ਮੈਨੂੰ ਬੜਾ ਪਿਆਰ ਕਰਦੇ ਹੈ, ਇਹ ਘਰ ਦੇ ਸਾਕ ਸੰਬੰਧੀ ਮੈਨੂੰ ਬੜਾ ਪਿਆਰ ਕਰਦੇ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਸਵਾਰਥਵਾਦੀ ਯੁੱਗ ਹੈ। ਇਹ ਸਾਰੇ ਲੋਕ ਤੇਰੇ ਨਾਲ ਸਵਾਰਥ ਕਰਕੇ ਜੁੜੇ ਹੋਏ ਹੈ, ਪਰ ਜਿੱਦੇ ਇਹਨਾਂ ਦਾ ਸਵਾਰਥ ਪੂਰਾ ਹੋ ਗਿਆ, ਜਾਂ ਤੂੰ ਇਹਨਾਂ ਦਾ ਸਵਾਰਥ ਪੂਰਾ ਨਾ ਕਰ ਸਕਿਆ, ਉਦੋਂ ਇਹਨਾਂ ਸਾਰਿਆਂ ਨੇ ਤੇਰਾ ਸਾਥ ਛੱਡ ਦੇਣਾ। ਜਿਚਰ ਪਹਿਨਣ ਖਾਵਣੇ ਤਿਚਰ ਰੱਖਣ ਗੰਢ, ਜਿਤ ਦਿਨ ਕਛੂ ਨਾ ਹੋਵਣੀ ਤਿਤ ਦਿਨ ਬੋਲਣ ਗੰਧ। ਮੈਂ ਬੜੀ ਵਾਰੀ ਇਹ ਬੇਨਤੀ ਕਰਦਾ ਰਿਹਾ, ਗੁਰਮੁਖੋ ਬੰਦਾ ਉਹੀ ਹੁੰਦਾ, ਪਰ ਜਦੋਂ ਲੋੜ ਹੁੰਦੀ ਹੈ ਤੇ ਲੋਕ ਉਹਦੀਆਂ ਵਡਿਆਈਆਂ ਦੇ ਸੋਹਲੇ ਗਾਉਂਦੇ ਹੈ, ਉਹਦੀ ਉਪਮਾ ਕਰਦੇ ਆ, ਉਹਦੇ ਗੁਣਾਂ ਦੇ, ਉਹਦੀਆਂ ਵਡਿਆਈਆਂ ਦੇ ਪੁੱਲ ਬਣਦੇ ਆ। ਪਰ ਜਦੋਂ ਸਵਾਰਥ ਪੂਰਾ ਹੋ ਗਿਆ, ਬੰਦਾ ਉਹੀ ਆ, ਬਦਲਿਆ ਕੁਝ ਨਹੀਂ, ਗੁਣ ਔਗਣ ਪਹਿਲਾਂ ਵੀ ਉਹੀ ਸਨ। ਤੇ ਉਸ ਵੇਲੇ ਕਹਿੰਦੇ ਵੀ ਇਹਦੇ ਨਾਲੋਂ ਤੇ ਮਾੜਾ ਬੰਦਾ ਹੀ ਕੋਈ ਨਹੀਂ। ਅਸੀਂ ਤੇ ਐਵੇਂ ਇਹਦੇ ਨਾਲ ਜਿਹੜਾ ਰਿਸ਼ਤਾ ਗੰਢ ਕੇ ਬੈਠੇ ਹਾਂ, ਇਹਦੇ ਨਾਲ ਤੇ ਪਿਆਰ, ਮਾੜਾ ਬੰਦਾ ਕੋਈ ਨਹੀਂ। ਤਾਂ ਕਰਕੇ ਸਤਿਗੁਰੂ ਜੀ ਨੇ ਆਖਿਆ, ਭਾਈ ਇਹ ਸੰਸਾਰ ਦੀ ਹਕੀਕਤ ਹੈ। ਜਿਹੜੇ ਸੰਸਾਰ ਨੂੰ ਤੂੰ ਸੱਚ ਮੰਨ ਕੇ ਬੈਠਾ ਹੈ, ਜਿਹੜੇ ਰਿਸ਼ਤੇ ਨਾਤਿਆਂ ਦੇ ਮੋਹ ਵਿੱਚ ਪਿਆ ਹੋਇਆ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸੰਸਾਰ ਦਾ ਮੋਹ ਜਿਹੜਾ ਹੈ, ਇਹ ਸਾਰਾ ਝੂਠਾ ਹੈ। ਤਾਂ ਕਰਕੇ ਭਗਤ ਜੀ ਨੇ ਆਖਿਆ, ਮਾਤ ਪਿਤਾ ਭਾਈ ਸੁਤ ਬਣਤਾ, ਇਹ ਨੇੜੇ ਦੇ ਰਿਸ਼ਤੇ ਮੰਨੇ ਗਏ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਕਹੋ ਕੋ ਹੈ ਕਾਕਾ, ਦੱਸੋ ਭਾਈ ਇਹਨਾਂ ਵਿੱਚੋਂ ਕਿਹੜਾ ਮਨੁੱਖ ਦਾ ਸੱਚਾ ਸਾਥੀ ਹੈ। ਭਾਵ ਕੋਈ ਵੀ ਮਨੁੱਖ ਦੇ ਨਾਲ ਨਿਭਣ ਵਾਲਾ ਨਹੀਂ। ਪਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਅਸੀਂ ਸੰਸਾਰਿਕ ਰਿਸ਼ਤੇ ਸਾਰੇ ਨਿਭਾਉਣੇ ਹੈ, ਪਰ ਉਹਨਾਂ ਰਿਸ਼ਤਿਆਂ ਦੇ ਮੋਹ ਵਿੱਚ ਪੈ ਕੇ ਮਾਲਕ ਪਰਮਾਤਮਾ ਨੂੰ ਭੁਲਾ ਨਹੀਂ ਦੇਣਾ। ਜਬ ਲਗ ਜੋਤ ਕਾਇਆ ਮਹਿ ਵਰਤੈ, ਆਪਾ ਪਸੂ ਨਾ ਬੁਝੈ। ਹੁਣ ਭਗਤ ਜੀ ਕਹਿੰਦੇ ਜਬ ਲਗ ਜੋਤ ਕਾਇਆ ਮੈਂ ਵਰਤੈ। ਹੁਣ ਇੱਕ ਗੱਲ ਤੇ ਸਾਨੂੰ ਮੰਨਣੀ ਪਏਗੀ ਵੀ ਸਾਡਾ ਸਰੀਰ ਓਨਾ ਟਾਈਮ ਹੀ ਜੀਵਤ ਹੈ। ਸਾਡੇ ਸਰੀਰ ਦੇ ਅੰਦਰ ਕੰਮ ਕਾਜ ਕਰਨ ਦੀ ਸਮਰੱਥਾ, ਬੋਲਣ ਚੱਲਣ ਦੀ ਸਮਰੱਥਾ ਉਹਨਾਂ ਟਾਈਮ ਹੀ ਹੈ ਜਿੰਨਾ ਟਾਈਮ ਇਹਦੇ ਅੰਦਰ ਪਰਮਾਤਮਾ ਦੀ ਜੋਤ ਹੈ। ਇਹ ਮੰਨਣਾ ਪਏਗਾ ਸਾਨੂੰ। ਤਾਂ ਹੀ ਤੇ ਸਤਿਗੁਰੂ ਜੀ ਨੇ ਬਾਣੀ ਵਿੱਚ ਆਖਿਆ, ਇਹ ਸਰੀਰਾ ਮੇਰਿਆ ਹਰ ਤੁਮੈ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮੈਂ ਆਇਆ। ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਨੇ ਮਾਂ ਬਾਪ ਦੇ ਸੰਜੋਗ ਦੇ ਰਾਹੀਂ ਤੈਨੂੰ ਸੰਸਾਰ ਤੇ ਭੇਜਿਆ। ਮੈਂ ਸਮਾਪਤੀ ਵੱਲ ਜਾਵਾਂ। ਤਾਂ ਕਰਕੇ ਭਗਤ ਜੀ ਕਹਿੰਦੇ ਜਬ ਲਗ ਜੋਤ ਕਾਇਆ ਮੈਂ ਵਰਤੈ। ਜਿੰਨਾ ਟਾਈਮ ਪਰਮਾਤਮਾ ਦੀ ਜੋਤ ਇਹ ਜੀਵ ਆਤਮਾ ਸਾਡੇ ਸਰੀਰ ਵਿੱਚ ਵਰਤ ਰਹੀ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਓਨਾ ਟਾਈਮ ਮਨੁੱਖ ਜਿਹੜਾ ਨਾ, ਇਹਨੂੰ ਆਪਣੇ ਆਪ ਦੀ ਸਮਝ ਨਹੀਂ ਪੈਂਦੀ। ਭਾਵ ਇਹ ਮਨੁੱਖਤਾ ਵਾਲੇ ਗੁਣ ਗਵਾ ਕੇ ਇਹਦਾ ਜੀਵਨ ਪਸ਼ੂਆਂ ਵਾਲਾ ਹੋ ਜਾਂਦਾ। ਤਾਂ ਹੀ ਤੇ ਸਤਿਗੁਰੂ ਜੀ ਨੇ ਬਾਣੀ ਵਿੱਚ ਆਖਿਆ ਕਿ ਜੇ ਤੂੰ ਮਨੁੱਖ ਵੀ ਹੈ ਪਰ ਤੇਰੇ ਜੀਵਨ ਵਿੱਚ ਮਨੁੱਖਤਾ ਵਾਲੇ ਗੁਣੀ, ਤਾਂ ਇੱਕ ਗੱਲ ਕਹਿਣੀ ਪਏਗੀ, ਕਰਤੂਤ ਪਸ਼ੂ ਕੀ ਮਾਨਸ ਜਾਤ। ਭਾਵ ਨਾ ਹੀ ਤੇਰਾ ਮਾਨਸ ਹੈ, ਪਰ ਕਰਮ ਕਰਤੂਤ ਕਰਕੇ, ਕਰਨੀ ਕਰਕੇ ਤੇਰਾ ਜੀਵਨ ਪਸ਼ੂਆਂ ਵਾਲਾ ਹੈ। ਕਿਉਂਕਿ ਸਤਿਗੁਰੂ ਜੀ ਕਹਿੰਦੇ ਜਿੱਦਾਂ ਪਸ਼ੂ ਜੀਵਨ ਜਿਉਂਦੇ ਪਏ ਹੈ, ਤੇ ਉੱਦਾਂ ਦਾ ਜੀਵਨ ਤੂੰ ਜਿਉਂਦਾ ਪਿਆ, ਤੇ ਤੇਰੇ ਤੇ ਪਸ਼ੂਆਂ ਵਿੱਚ ਅੰਤਰ ਕੀ ਹੈ।
ਹੁਣ ਆਪਾਂ ਵੇਖਦੇ ਨੇ ਵੀ ਕਈ ਬੰਦਿਆਂ ਦਾ ਜੀਵਨ ਪਸ਼ੂਆਂ ਵਰਗਾ ਹੁੰਦਾ, ਵੀ ਖਾ ਲਓ ਪੀ ਲਓ ਹੰਢਾ ਲਓ ਜੀ। ਕਹਿੰਦੇ ਇਹ ਜੱਗ ਡਿੱਠਾ ਅੱਗੇ ਕਿਹਨੇ ਡਿੱਠਾ। ਕਹਿਣ ਤੋਂ ਭਾਵ ਜੇ ਮਨੁੱਖਤਾ ਵਾਲੀਆਂ ਕਦਰਾਂ ਕੀਮਤਾਂ ਨਹੀਂ ਸਾਡੇ ਜੀਵਨ ਵਿੱਚ, ਤਾਂ ਸਤਿਗੁਰੂ ਜੀ ਕਹਿੰਦੇ ਤੇਰੇ ਤੇ ਪਸ਼ੂਆਂ ਦੇ ਜੀਵਨ ਵਿੱਚ ਕੋਈ ਬਹੁਤ ਅੰਤਰ ਨਹੀਂ। ਇਸੇ ਨੂੰ ਸਤਿਗੁਰੂ ਜੀ ਨੇ ਆਖਿਆ ਗੁਰ ਮੰਤਰ ਹੀਨਸ ਜੋ ਪ੍ਰਾਣੀ ਤ੍ਰਿਗੰਤ ਜੋਨ ਭ੍ਰਸ਼ਟਨ ਹੈ। ਭਾਵ ਜਿਹੜਾ ਮਨੁੱਖ ਗੁਰੂ ਦੇ ਗਿਆਨ ਤੋਂ ਵਾਂਝ ਹੈ ਤੇ ਸਮਝ ਲਓ ਉਸ ਮਨੁੱਖ ਦਾ ਜੀਵਨ ਇਹਨਾਂ ਨਖਿੱਧ ਜੂਨਾਂ ਦੇ ਤੁਲ ਦਾ ਅਰਥ ਹੁੰਦਾ ਬਰਾਬਰ ਹੈ। ਵੈਸੇ ਮੈਂ ਸਮਾਪਤੀ ਵੱਲ ਚੱਲਾਂ। ਹੁਣ ਭਗਤ ਜੀ ਕਹਿੰਦੇ ਜਿੰਨਾ ਟਾਈਮ ਪਰਮਾਤਮਾ ਦੀ ਜੋਤ, ਦੇਖੋ ਸਤਿਗੁਰਾਂ ਦੀ ਬਾਣੀ ਨੇ ਇੱਕ ਗੱਲ ਕਹੀ ਹੈ, ਪਰਮਾਤਮਾ ਨੇ ਸਭ ਤੋਂ ਵੱਡੀ ਦਾਤ ਤੈਨੂੰ ਇਹ ਦਿੱਤੀ ਹੈ ਵੀ ਪਰਮਾਤਮਾ ਨੇ ਆਪਣੀ ਜੋਤ ਤੇਰੇ ਅੰਦਰ ਟਿਕਾਈ ਹੈ। ਜੇ ਪਰਮਾਤਮਾ ਦੀ ਜੋਤ ਨਾ ਹੁੰਦੀ ਤਾਂ ਤੇਰੇ ਸਰੀਰ ਦੀ ਹੋਂਦ ਨਹੀਂ ਸੀ ਹੋਣੀ। ਹੁਣ ਭਗਤ ਜੀ ਕਹਿੰਦੇ ਜਬ ਲਗ ਜੋਤ ਕਾਇਆ ਮੈਂ ਵਰਤੈ। ਜਿੰਨਾ ਟਾਈਮ ਪਰਮਾਤਮਾ ਦੀ ਜੋਤ, ਕਾਇਆ ਦਾ ਅਰਥ ਹੁੰਦਾ ਸਾਡੇ ਸਰੀਰ ਵਿੱਚ ਵਰਤਦੀ ਪਈ ਹੈ, ਕੰਮ ਕਰਦੀ ਪਈ ਹੈ, ਆਪਾ ਪਸ਼ੂ ਨਾ ਬੂਝੈ, ਉਹਨਾਂ ਟਾਈਮ ਇਸ ਮਨੁੱਖ ਨੂੰ ਆਪੇ ਦੀ ਸਮਝ ਨਹੀਂ ਪੈਂਦੀ। ਤੇ ਅੱਗੇ ਭਗਤ ਜੀ ਕਹਿੰਦੇ ਇਹ ਮਨੁੱਖ ਜਿਹੜਾ ਹੈ ਬਹੁਤਾ ਲੰਬਾ ਜੀਵਨ ਦੀ ਲਾਲਸਾ ਲੈ ਕੇ ਬੈਠਾ ਹੋਇਆ ਹੈ। ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੁਝੈ। ਤੇ ਭਗਤ ਜੀ ਕਹਿੰਦੇ ਇਹ ਮਨੁੱਖ ਜਿਹੜਾ ਨਾ ਲਾਲਚ ਕਰੈ ਜੀਵਨ ਪਦ ਕਾਰਨ, ਭਾਵ ਇਹ ਲਾਲਸਾ ਦੇ ਵਿੱਚ ਵੀ ਮੈਂ ਬਹੁਤਾ ਜੀਵਨ ਜਾਵਾਂ। ਤਾਂ ਹੀ ਤੇ ਸਤਿਗੁਰੂ ਜੀ ਕਹਿੰਦੇ ਬਹੁਤਾ ਲੋੜ ਹੈ ਸਭ ਕੋਈ। ਹਰ ਬੰਦਾ ਚਾਹੁੰਦਾ ਮੈਂ ਸੰਸਾਰ ਤੇ ਵੱਧ ਤੋਂ ਵੱਧ ਸਮਾਂ ਜਾਵਾਂ। ਤੇ ਸਤਿਗੁਰੂ ਜੀ ਕਹਿੰਦੇ ਲੋਚਨ ਕਸੂ ਨਾ ਸੁਝੈ, ਭਾਵ ਇਹਦੇ ਕੋਲ ਗਿਆਨ ਰੂਪੀ ਨੇਤਰ ਨਹੀਂ ਹਨ, ਇਹਨੂੰ ਆਪਣੇ ਜੀਵਨ ਦੀ ਕੋਈ ਸਮਝ ਨਹੀਂ ਹੈ। ਕਹਿਤ ਕਬੀਰ ਸੁਨੋ ਰੇ ਪ੍ਰਾਨੀ, ਛੋਡੋ ਮਨ ਕੇ ਭਰਮਾ। ਹੁਣ ਭਗਤ ਬਾਬਾ ਕਬੀਰ ਜੀ ਇਸ ਸਰੀਰਕ ਸੰਸਾਰ ਦੇ ਮੋਹ ਵਿੱਚ ਪਏ ਹੋ ਮਨੁੱਖ ਨੂੰ ਜਗਾਉਂਦੇ ਹੈ। ਕਹਿੰਦੇ ਕਹਿਤ ਕਬੀਰ ਸੁਨੋ ਰੇ ਪ੍ਰਾਨੀ, ਐ ਮਨੁੱਖ ਸੁਣ, ਛੋਡੋ ਮਨ ਕੇ ਭਰਮਾ, ਆਪਣੇ ਮਨ ਦਾ ਇਹ ਭਰਮ ਕੱਢ ਦੇ ਵੀ ਤੂੰ ਸੰਸਾਰ ਤੇ ਹਮੇਸ਼ਾ ਵਾਸਤੇ ਰਹੇਗਾ। ਤਾਂ ਕਰਕੇ ਭਗਤ ਜੀ ਨੇ ਆਖਿਆ ਭਾਈ ਸਾਨੂੰ ਇਸ ਭਰਮ ਵਿੱਚੋਂ ਨਿਕਲ ਕੇ ਜੀਵਨ ਦੀ ਹਕੀਕਤ ਮੌਤ ਨੂੰ ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ। ਕੇਵਲ ਨਾਮ ਜਪੋ ਰੇ ਪ੍ਰਾਨੀ, ਪਰੋ ਏਕ ਕੀ ਸਰਨਾ। ਹਾਂ ਭਗਤ ਜੀ ਕਹਿੰਦੇ ਮੌਤ ਦਾ ਸਮਾਂ ਸਾਰਿਆਂ ਤੇ ਆਏਗਾ। ਜਿਹਦਾ ਜ਼ਿਕਰ ਭਗਤ ਜੀ ਨੇ ਕੀਤਾ 100 ਦਿਨ ਆਵਨ ਲਾਗਾ, ਉਹ ਤੇ ਸਾਰਿਆਂ ਤੇ ਆਏਗਾ। ਪਰ ਭਗਤ ਜੀ ਕਹਿੰਦੇ ਕੇਵਲ ਨਾਮ ਜਪੋ ਰੇ ਪ੍ਰਾਨੀ, ਪਰੋ ਏਕ ਕੀ ਸ਼ਰਨਾ। ਭਾਈ ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਨੂੰ ਚੇਤੇ ਕਰ, ਇੱਕ ਮਾਲਕ ਦੀ ਸ਼ਰਨ ਵਿੱਚ ਪੈ, ਤਾਂ ਫਿਰ ਇਹ ਤੇਰਾ ਮਨੁੱਖਾ ਜੀਵਨ ਸਫਲ ਹੋਏਗਾ, ਤੂੰ ਮਾਲਕ ਦੇ ਘਰ ਵਿੱਚ ਪ੍ਰਵਾਨ ਹੋਏਗਾ। ਤਾਂ ਹੀ ਤੇ ਸਾਦੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਐ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰਿ ਭਜ ਮਨਾ। ਜੇ ਬਿਦ ਜਲ ਕੋ ਮੀਨ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਭਾਈ ਇਹ ਮਨੁੱਖਾ ਜਨਮ ਬੜਾ ਅਮੋਲਕ ਹੈ। ਪਰਮਾਤਮਾ ਦੇ ਨਾਮ ਨੂੰ ਭੁਲਾ ਕੇ, ਭਾਵ ਮਨੁੱਖੀ ਕਦਰਾਂ ਕੀਮਤਾਂ ਨੂੰ ਗਵਾ ਕੇ ਇਹਨੂੰ ਅਜਾਈ ਨਾ ਗਵਾ ਲਿਓ। ਆਓ ਗੁਰਮੁਖੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਪ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਆ। ਹੋਈਆਂ ਬੇਅੰਤ ਭੁੱਲਾਂ ਦੀ ਗੁਰੂ ਅਤੇ ਗੁਰੂ ਕੀ ਸੰਗਤ ਮਾਫੀ ਬਖਸ਼ੇ। ਇੱਕ ਵਾਰ ਫਿਰ ਆਪ ਸਮੁੱਚੀਆਂ ਸੰਗਤਾਂ ਨੂੰ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਨ। ਕਿਉਂਕਿ ਮੂਲ ਨਾਨਕ ਸਾਹੀ ਕੈਲੰਡਰ ਮੁਤਾਬਕ ਅੱਜ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਜਿਹੜਾ ਹੈ ਉਹ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਉਹਨਾਂ ਦੇ ਜੀਵਨ ਇਤਿਹਾਸ ਦਾ ਜ਼ਿਕਰ ਆਪਾਂ ਆਉਣ ਵਾਲੇ ਦਿਨਾਂ ਵਿੱਚ ਕਰਾਂਗੇ। ਸਮਾਂ ਪੂਰਾ ਹੋ ਗਿਆ। ਆਪ ਜੀ ਇਸੇ ਤਰ੍ਹਾਂ ਪਿਆਰ ਦੇ ਨਾਲ ਬੈਠ ਕੇ ਗੁਰੂ ਸਵਾਰਿਆਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੋ ਜੀ। ਕੋਈ ਗੱਲ ਆਪ ਜੀ ਨੂੰ ਗੁਰਬਾਣੀ ਗੁਰਮਤਿ ਤੋਂ ਬਾਹਰ ਲੱਗੀ ਹੋਵੇ ਜ਼ਰੂਰ ਮੇਰੇ ਤੁਸੀਂ ਧਿਆਨ ਵਿੱਚ ਲਿਆ ਦੇਣੀ, ਤੁਹਾਡਾ ਧੰਨਵਾਦ ਹੋਏਗਾ। ਆਓ ਆਪਾਂ ਸਮਾਪਤੀ ਕਰੀਏ। ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।